ਹੈਲੋ ਸਟੂਡੈਂਟ, ਗੁੱਡ ਮੋਰਨਿੰਗ ਟੂ ਆਲ ਆਫ ਯੂ। ਬੇਟਾ ਜਿਹੜਾ ਆਪਾਂ ਨੈਕਸਟ ਟੌਪਿਕ ਹੈ ਸੌਫਟਵੇਅਰ ਇੰਜੀਨੀਅਰਿੰਗ ਦਾ, ਅੱਜ ਤੁਹਾਡਾ ਕਿ ਟੈਸਟ ਕੇਸ ਐਗਜੀਕਿਊਸ਼ਨ ਐਂਡ ਐਨਾਲਾਈਸਿਸ। ਠੀਕ ਹੈ, ਇਹਦੇ ਨਾਲ ਆਪਾਂ ਇੱਕ ਵਾਈਟ ਬਾਕਸ ਟੈਸਟਿੰਗ ਬਾਰੇ ਵੀ ਡਿਸਕਸ ਕਰਾਂਗੇ। ਜਿਹੜਾ ਟੈਸਟ ਕੇਸ ਐਗਜੀਕਿਊਸ਼ਨ ਅਤੇ ਐਨਾਲਾਈਸਿਸ ਦੀ ਗੱਲ ਕਰਦੇ ਆ, ਸੌਫਟਵੇਅਰ ਟੈਸਟਿੰਗ ਟਾਈਪੀਕਲੀ ਅਸੈਸ ਸੌਫਟਵੇਅਰ ਕੁਆਲਿਟੀ, ਮਤਲਬ ਕਿ ਸੌਫਟਵੇਅਰ ਕੁਆਲਿਟੀ ਨੂੰ ਦਾ ਮੁਲਾਂਕਣ ਕਰਨ ਦੇ ਲਈ ਆਪਾਂ ਸੌਫਟਵੇਅਰ ਟੈਸਟਿੰਗ ਦੀ ਵਰਤੋਂ ਕਰਦੇ ਹਾਂ। by exercising the software on the representative set of the test case to verify, मतलब ਇਹਦੇ ਵਿੱਚ ਆਪਾਂ ਟੈਸਟ ਕੇਸ ਨੂੰ ਰੀਪ੍ਰੈਜ਼ੈਂਟ ਕਰਵਾਉਂਦੇ ਆ ਵੀ ਜਿਹਦੇ ਵਿੱਚ ਆਪਾਂ ਨੂੰ ਇਹਦੀਆਂ ਰਿਕੁਆਇਰਮੈਂਟਸ ਆ ਜਿਹੜੀਆਂ ਆਪਾਂ ਚਾਹੁੰਦੇ ਉਹ ਮਿਲ ਜਾਣ। ਆਫਟਰ ਦਾ ਕਹਿੰਦੇ ਸਪੈਸੀਫਿਕੇਸ਼ਨ ਤੋਂ ਬਾਅਦ ਦਾ ਨੈਕਸਟ ਸਟੈਪ ਇਨ ਦਾ ਟੈਸਟਿੰਗ ਪ੍ਰੋਸੈਸ ਇਜ਼ ਟੂ ਐਗਜੀਕਿਊਟ। ਜਦੋਂ ਆਪਾਂ ਉਹਦੀ ਸਪੈਸੀਫਾਈ ਕਰਵਾ ਲੈਂਦਾ, ਨੈਕਸਟ ਸਟੈਪ ਕੀ ਹੁੰਦਾ ਬੇਟਾ, ਆਪਾਂ ਨੂੰ ਐਗਜੀਕਿਊਟ ਕਰਨਾ ਹੁੰਦਾ, ਮਤਲਬ ਚਲਾਉਣਾ ਹੁੰਦਾ। ਦਾ ਕੰਸਰਨ ਟੈਸਟ ਕੇਸ, ਤਾਂ ਕਹਿੰਦੇ ਜੋਬ ਆਫ ਦਾ ਟੈਸਟ ਕੇਸ ਸਪੈਸੀਫਿਕੇਸ਼ਨ ਇਜ਼ ਓਨਲੀ ਟੂ ਸਪੈਸੀਫਾਈ ਦਾ ਸੈਟ ਆਫ ਟੈਸਟ ਕੇਸ ਫਾਰ ਦਾ ਪਾਰਟੀਕੂਲਰ ਯੂਨਿਟ ਟੂ ਬੀ ਟੈਸਟਡ, ਮਤਲਬ ਕਿ ਕਿਹੜੀ ਯੂਨਿਟ ਆਪਾਂ ਟੈਸਟ ਕਰਨ ਜਾ ਰਹੇ ਹਾਂ। ਠੀਕ ਹੈ, ਤਾਂ ਐਗਜੀਕਿਊਸ਼ਨ ਆਫ ਦਾ ਟੈਸਟ ਕੇਸ ਰਿਕੁਆਇਰ ਡਿਵੈਲਪਿੰਗ ਦਾ ਡਰਾਈਵਰ ਮੋਡਿਊਲ ਔਰ ਸਟੱਬ। ਇਹਦੇ ਲਈ ਆਪਾਂ ਨੂੰ ਐਗਜੀਕਿਊਸ਼ਨ ਜਿਹੜਾ ਟੈਸਟ ਕੇਸ ਹੈ ਉਹਦੇ ਵਿੱਚ ਆਪਾਂ ਨੂੰ ਕੁਝ ਕੁ ਡਰਾਈਵਰ ਅਤੇ ਮੋਡਿਊਲ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ, ਇਟ ਆਲਸੋ ਰਿਕੁਆਇਰ ਦਾ ਮੋਡਿਊਲ ਟੂ ਸੈਟ ਅਪ ਦਾ ਇਨਵਾਇਰਮੈਂਟ ਐਜ਼ ਸਟੇਟਡ ਇਨ ਦਾ ਟੈਸਟ ਪਲੇਨ। ਇਹਦੇ ਵਿੱਚ ਜਿਹੜੇ ਮੋਡਿਊਲਸ ਜੋ ਵੀ ਮੈਥਡਸ ਵਗੈਰਾ ਹੁੰਦੇ ਨੇ ਉਹ ਆਪਾਂ ਇੱਕ ਟੈਸਟ ਪਲੇਨ ਦੇ ਵਿੱਚ ਸੈੱਟ ਕਰਦੇ ਹਾਂ ਐਂਡ ਟੈਸਟ ਕੇਸ ਸਪੈਸੀਫਿਕੇਸ਼ਨ ਦੇ ਵਿੱਚ ਹੀ ਸੈੱਟ ਕੀਤੇ ਜਾਂਦੇ ਨੇ। ਓਨਲੀ ਆਫਟਰ ਆਲ ਦੀਜ਼ ਆਰ ਰੈਡੀ ਕੈਨ ਬੀ ਟੈਸਟ ਕੇਸ ਬੀ ਐਗਜੀਕਿਊਟਡ। ਜਦੋਂ ਇਹ ਸਾਰੀਆਂ ਚੀਜ਼ਾਂ ਤਿਆਰ ਹੋ ਜਾਂਦੀਆਂ ਤਾਂ ਆਪਾਂ ਟੈਸਟ ਕੇਸ ਨੂੰ ਕੀ ਕਰ ਦਿੰਦੇ ਹਾਂ, ਐਗਜੀਕਿਊਟ ਆ ਜਿਹੜਾ ਕਰਵਾ ਦਿੰਦੇ ਹਾਂ। ਠੀਕ ਹੈ ਜੀ, ਨੈਕਸਟ ਬੇਟਾ ਆਪਣੇ ਕੋਲੇ ਜਿਹੜੇ ਜਿੰਨੇ ਵੀ ਆਪਾਂ ਸਟੈਪ ਫੋਲੋ ਕਰਦੇ ਹਾਂ ਵੀ ਕਿਸੇ ਵੀ ਐਗਜੀਕਿਊਟ ਟੈਸਟ ਕੇਸ ਨੂੰ ਐਗਜੀਕਿਊਟ ਕਰਵਾਉਣ ਦੇ ਲਈ, ਮਤਲਬ ਆਪਾਂ ਜਿੰਨੇ ਵੀ ਸਟੈਪ ਫੋਲੋ ਕਰਦੇ ਉਹਨੂੰ ਇੱਕ ਸਿੰਗਲ ਡਾਕੂਮੈਂਟ ਦੇ ਵਿੱਚ ਰੱਖਦੇ ਤਾਂ ਉਹਨੂੰ ਟੈਸਟ ਪ੍ਰੋਸੀਜਰ ਸਪੈਸੀਫਿਕੇਸ਼ਨ ਦੇ ਨਾਮ ਨਾਲ ਜਾਣਦੇ ਆ। ਤਾਂ ਡਾਕੂਮੈਂਟ ਦਾ ਮਤਲਬ ਕੀ ਆ, ਦਿਸ ਡਾਕੂਮੈਂਟ ਸਪੈਸੀਫਾਈ ਐਨੀ ਸਪੈਸ਼ਲ ਰਿਕੁਆਇਰਮੈਂਟ ਦੈਟ ਐਗਜਿਟ ਫਾਰ ਸੈਟਿੰਗ ਦਾ ਟੈਸਟ ਇਨਵਾਇਰਮੈਂਟ ਐਂਡ ਡਿਸਕ੍ਰਾਈਬ ਦਾ ਮੈਥਡ ਐਂਡ ਫਾਰਮੈਟ ਫਾਰ ਰਿਪੋਰਟਿੰਗ ਦਾ ਰਿਜ਼ਲਟ ਆਫ ਟੈਸਟਿੰਗ। ਤਾਂ ਜਿਹੜੇ ਡਾਕੂਮੈਂਟ ਦੇ ਵਿੱਚ ਇੰਨੀ ਮਤਲਬ ਕਿ ਉਹਦੇ ਨਾਲ ਸਪੈਸ਼ਲ ਜਿਹੜੀ ਰਿਕੁਆਇਰਮੈਂਟਸ ਦੀ ਜ਼ਰੂਰਤ ਹੁੰਦੀ ਹੈ, ਮਤਲਬ ਉਹਨਾਂ ਨੂੰ ਸਪੈਸੀਫਾਈ ਕਰਵਾਇਆ ਜਾਂਦਾ ਦੈਟ ਐਗਜਿਸਟ ਫਾਰ ਸੈਟਿੰਗ ਦਾ ਟੈਸਟ ਇਨਵਾਇਰਮੈਂਟ, ਜਿਹਦੇ ਵਿੱਚ ਆਪਾਂ ਮਤਲਬ ਕਿ ਟੈਸਟ ਇਨਵਾਇਰਮੈਂਟ ਦੀ ਵੀ ਸੈਟਅਪ ਕਰਦੇ ਹਾਂ, ਉਹਦੇ ਵਿੱਚ ਉਹਦੇ ਮੈਥਡ ਨੂੰ ਵੀ ਡਿਸਕ੍ਰਾਈਬ ਕਰਦੇ ਹਾਂ, ਫਾਰਮੈਟ ਕਿਹੜਾ ਆਪਣਾ ਰਿਪੋਰਟਿੰਗ ਦੇ ਲਈ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਕੀ ਕੀਤੀਆਂ ਜਾਂਦੀਆਂ ਨੇ, ਸੈਟ ਆਊਟ ਕੀਤੀਆਂ ਜਾਂਦੀਆਂ ਨੇ। ਤਾਂ ਕੇਅਰਫੁਲੀ ਕਹਿੰਦੇ ਮੋਨੀਟਰਿੰਗ ਇਜ਼ ਡਿਜ਼ਾਇਰੇਬਲ ਫਾਰ ਐਵਰੀ ਟੈਸਟ ਕੇਸ। ਤਾਂ ਟੈਸਟ ਕੇਸ ਦੇ ਵਿੱਚ ਮਤਲਬ ਕਿ ਹਰ ਇੱਕ ਮੋਨੀਟਰਿੰਗ ਜ਼ਰੂਰੀ ਹੈ। ਤਾਂ ਟੈਸਟਿੰਗ ਨੀਡਸ ਦਾ ਮੈਕਸੀਮਮ ਐਫਰਟ ਐਂਡ ਹੈਜ਼ ਅ ਗ੍ਰੇਟ ਇੰਪੈਕਟ ਔਨ ਦਾ ਫਾਈਨਲ ਕੁਆਲਿਟੀ। ਜਿਹੜੀ ਟੈਸਟਿੰਗ ਦੀ ਜਿਹੜੀਆਂ ਜ਼ਰੂਰਤਾਂ ਉਹਦਾ ਜ਼ਿਆਦਾ ਪ੍ਰਭਾਵ ਕਾਹਦੇ ਉੱਪਰ ਪੈਂਦਾ, ਫਾਈਨਲ ਕੁਆਲਿਟੀ 'ਤੇ। ਤਾਂ ਵੀ ਕੈਨ ਯੂਜ਼ ਫੋਲੋਇੰਗ ਮੈਟ੍ਰਿਕਸ ਫਾਰ ਮੋਨੀਟਰਿੰਗ ਦਾ ਟੈਸਟਿੰਗ। ਟੈਸਟਿੰਗ ਨੂੰ ਮੋਨੀਟਰ ਕਰਨ ਦੇ ਲਈ ਆਪਾਂ ਦੋ ਤਰ੍ਹਾਂ ਦੀ ਮੋਨੀਟਰਿੰਗ ਯੂਜ਼ ਕਰਦੇ ਹਾਂ, ਇੱਕ ਟੈਸਟਿੰਗ ਐਫਰਟ ਅਤੇ ਦੂਜਾ ਆ ਗਿਆ ਕੰਪਿਊਟਰ ਟਾਈਮ ਕੰਜ਼ਿਊਮਡ। ਜਿਹੜੀ ਟੈਸਟਿੰਗ ਐਫਰਟ ਹੁੰਦੀ ਆ is the total effort ਹੁੰਦੀ ਹੈ actually spent by the team in the testing activity and is indicator of whether or not sufficient testing is being performed। ਇਹਦੇ ਵਿੱਚ ਕੰਪਲੀਟਲੀ ਸਾਰਾ ਟੀਮ ਦੇ ਵਿੱਚ ਜਿੰਨੀਆਂ ਵੀ ਟੈਸਟ ਦੀ ਐਕਟੀਵਿਟੀ ਹੁੰਦੀ ਹੈ ਉਹਨਾਂ ਸਾਰਿਆਂ ਦੀ ਡਿਟੇਲ ਹੁੰਦੀ ਆ। ਇਹਦੇ ਵਿੱਚ ਇਹ ਚੀਜ਼ ਸ਼ੋ ਕੀਤੀ ਜਾਂਦੀ ਹੈ ਵੀ ਆਪਾਂ ਨੂੰ ਜਿਹੜੀ ਟੈਸਟਿੰਗ ਉਹ ਸਫੀਸ਼ੀਐਂਟ ਰਹੀ ਹੈ ਜਾਂ ਨਹੀਂ ਰਹੀ। ਤਾਂ ਇਫ ਇਨਐਡੁਕੇਟ ਟੈਸਟਿੰਗ ਇਜ਼ ਡਨ, ਜੇ ਟੈਸਟਿੰਗ ਸਹੀ ਡਨ ਨਹੀਂ ਹੋਈ, ਇਟ ਵਿਲ ਬੀ ਰਿਫਲੈਕਟਡ ਇਨ ਅ ਰਿਡਿਊਸ ਟੈਸਟਿੰਗ ਐਫਰਟ ਔਰ ਕਹਿੰਦੇ ਰਿਡਿਊਸ ਟੈਸਟਿੰਗ ਸ਼ਡਿਊਲ। ਤੇ ਇਹਦੇ ਲਈ ਆਪਾਂ ਨੂੰ ਰਿਡਿਊਸਡ ਟੈਸਟਿੰਗ ਸ਼ਡਿਊਲ ਦੀ ਵਰਤੋਂ ਆ ਜਿਹੜੀ ਰਿਫਲੈਕਟ ਕਰਨੀ ਪਊਗੀ, ਯੂਜ਼ ਕਰਨਾ ਪਊ। ਤਾਂ ਐਸਟੀਮੇਟਡ ਐਫਰਟ ਇਜ਼ ਯੂਜ਼ਡ ਫਾਰ ਮੋਨੀਟਰਿੰਗ। ਐਸਟੀਮੇਟਡ ਐਫਰਟ ਆ ਜਿਹੜੀ ਆਪਾਂ ਮੋਨੀਟਰਿੰਗ ਲਈ ਯੂਜ਼ ਕਰਦੇ ਹਾਂ। ਵਨ ਟਰਮ ਮੈਰੈਕਲ ਫਿਨਿਸ਼ਿੰਗ ਕੈਨ ਬੀ ਅੰਡਰਸਟੂਡ ਦਾ ਫੋਲੋਇੰਗ ਵੇ। ਠੀਕ ਹੈ ਜੀ, ਤਾਂ ਮੈਰੈਕਲ ਕੀ ਕਰਦਾ, ਫਿਨਿਸ਼ ਕਰਦਾ ਇਨ ਦਾ ਕੇਸ ਕਹਿੰਦੇ ਵੇਅਰ ਦਾ ਪ੍ਰੋਜੈਕਟ ਫਿਨਿਸ਼ਿਜ਼ ਸਡਨਲੀ, ਜਦੋਂ ਉਹ ਅਚਾਨਕ ਇੱਕ ਪ੍ਰੋਜੈਕਟ ਨੂੰ ਮਤਲਬ ਪੂਰਾ ਕਰ ਦਿੰਦਾ ਸੂਨ ਆਫਟਰ ਦਾ ਕੋਡਿੰਗ ਇਜ਼ ਡਨ, ਮਤਲਬ ਕੋਡਿੰਗ ਕਰਨ ਤੋਂ ਬਾਅਦ। ਤਾਂ ਇਟ ਅਕਰ ਫਾਰ ਰੀਜ਼ਨ ਸੱਚ ਅਨਰੀਜ਼ੇਬਲ ਸ਼ਡਿਊਲ, ਪਰਸਨਲ ਸ਼ਾਰਟੇਜ ਐਂਡ ਸਲਿਪੇਜ ਆਫ ਦਾ ਸ਼ਡਿਊਲ। ਅਤੇ ਇੱਥੇ ਰੀਜ਼ਨ ਇਹ ਅਕਰ ਹੁੰਦਾ ਵੀ ਉਹ ਜਿਹੜਾ ਸ਼ਡਿਊਲ ਉਹ ਸਹੀ ਨਹੀਂ ਸੀਗਾ, ਵੀ ਜਦੋਂ ਅਚਾਨਕ ਜਦੋਂ ਸਬਮਿਟ ਹੋ ਜਾਂਦਾ ਤਾਂ ਸ਼ਾਰਟੇਜ ਹੋਊਗੀ ਪ੍ਰੋਜੈਕਟ ਦੇ ਵਿੱਚ, ਸ਼ਡਿਊਲ ਦੀ ਸਲਿਪੇਜ ਨਹੀਂ ਹੋਣੀ। ਇਟ ਇੰਪਲਾਈਜ਼ ਦੈਟ ਟੂ ਫਿਨਿਸ਼ ਦਾ ਪ੍ਰੋਜੈਕਟ ਦਾ ਟੈਸਟਿੰਗ ਫੇਸ ਹੈਜ਼ ਬੀਨ ਕੰਪਰੋਸਡ ਟੂ ਮੱਚ। ਤਾਂ ਮਤਲਬ ਇਸ ਦੇ ਵਿੱਚ ਇਹ ਚੀਜ਼ ਹੋ ਜਾਂਦੀ ਵੀ ਜਿਹੜੀ ਟੈਸਟਿੰਗ ਆ ਵੀ ਉਹ ਆਪਣੇ ਕੋਲੇ ਕੰਪਰੈਸਡ ਹੁੰਦੀ ਆ, ਮਤਲਬ ਛੋਟੀ ਛੋਟੀ ਕੀਤੀ ਜਾਂਦੀ ਆ। ਠੀਕ ਹੈ, ਵਿਚ ਇਜ਼ ਲਾਈਕਲੀ ਟੂ ਮੀਨ ਦੈਟ ਸੌਫਟਵੇਅਰ ਹੈਜ਼ ਨੋਟ ਬੀਨ ਐਵੈਲੂਏਟਡ ਪ੍ਰੋਪਰਲੀ। ਤਾਂ ਇਹਦੇ ਵਿੱਚ ਮਤਲਬ ਇਹ ਆ ਵੀ ਉਹ ਛੋਟੇ ਛੋਟੇ ਵੇ ਦੇ ਵਿੱਚ ਜਦੋਂ ਕਰਦੇ ਆ, ਕੰਪਰੈਸਡ ਵੀ ਕਰਦੇ ਆ, ਮਤਲਬ ਵਿੱਚੋਂ ਚੱਕ ਲੈਣੇ ਜਿਹੜੀ ਟੈਸਟਿੰਗ, ਤਾਂ ਉਹ ਕੀ ਹੁੰਦੀ ਆ ਵੀ ਸਹੀ ਢੰਗ ਨਾਲ ਐਵੈਲੂਏਟ ਆ ਜਿਹੜਾ ਨਹੀਂ ਹੁੰਦਾ। ਤਾਂ ਕੰਪਿਊਟਰ ਟਾਈਮ ਕੰਜ਼ਿਊਮਿੰਗ ਦੇ ਵਿੱਚ ਕੀ ਹੁੰਦਾ ਬੇਟਾ, ਕੰਪਿਊਟਰ ਟਾਈਮ ਕੰਜ਼ਿਊਮਿੰਗ ਡਿਊਰਿੰਗ ਟੈਸਟਿੰਗ ਇਜ਼ ਮੀਜ਼ਰ ਦਾ ਗਿਵ ਵੈਲੂਏਬਲ ਇਨਫੋਰਮੇਸ਼ਨ ਟੂ ਪ੍ਰੋਜੈਕਟ ਮੈਨੇਜਮੈਂਟ। ਕੰਪਿਊਟਰ ਟਾਈਮ ਕੰਜ਼ਿਊਮਿੰਗ ਸਿਸਟਮ ਹੁੰਦਾ। ਠੀਕ ਹੈ, ਇਹਦੇ ਵਿੱਚ ਮਤਲਬ ਸਿਰਫ ਕੀ ਕੀਤਾ ਜਾਂਦਾ ਬੇਟਾ ਵੀ ਜਿਹੜੀ ਵੈਲੂਏਬਲ ਇਨਫੋਰਮੇਸ਼ਨ ਉਹੀ ਪ੍ਰੋਜੈਕਟ ਮੈਨੇਜਮੈਂਟ ਨੂੰ ਦਿੱਤੀ ਜਾਂਦੀ ਹੈ। ਅਤੇ ਇਨ ਜਨਰਲ ਇਨ ਸੌਫਟਵੇਅਰ ਡਿਵੈਲਪਮੈਂਟ ਪ੍ਰੋਜੈਕਟ ਦਾ ਕੰਪਿਊਟਰ ਟਾਈਮ ਕੰਜੈਪਸ਼ਨ ਇਜ਼ ਲੋ ਐਟ ਦਾ ਸਟਾਰਟ। ਜਿਹੜੀ ਕੰਪਿਊਟਰ ਟਾਈਮ ਕੰਜੈਪਸ਼ਨ ਹੁੰਦੀ ਹੈ ਵੀ ਸਮਾਂ ਘੱਟ ਲੱਗਦਾ
ਜਦੋਂ ਆਪਾਂ ਉਹਨੂੰ ਸਟਾਰਟ ਕਰਦੇ ਹਾਂ। ਇਨਕਰੀਜ਼ ਐਜ਼ ਟਾਈਮ ਪ੍ਰੋਗਰੈਸ ਐਂਡ ਰੀਚ ਆ ਪੀਕ, ਮਤਲਬ ਜਿਵੇਂ ਜਿਵੇਂ ਟਾਈਮ ਦੀ ਪ੍ਰੋਗਰੈਸ ਵਧੀ ਜਾਂਦੀ ਹੁੰਦੀ ਉਹ ਮਤਲਬ ਗੁੰਝਲਦਾਰ ਹੋਈ ਜਾਂਦਾ। ਤਾਂ ਦੇਅਰਫੋਰ ਇਟ ਇਜ਼ ਰਿਡਿਊਸ ਐਜ਼ ਪ੍ਰੋਜੈਕਟ ਰੀਚਸ ਇਟਸ ਕੰਪਲੀਟੇਸ਼ਨ, ਇਹਦੇ ਨਾਲ ਪ੍ਰੋਜੈਕਟ ਕੀ ਹੋ ਜਾਂਦਾ, ਰਿਡਿਊਸ ਹੋ ਜਾਂਦਾ ਜਦੋਂ ਤੱਕ ਇਹਨੂੰ ਆਪਾਂ ਕੀ ਕਰਦੇ ਹਾਂ, ਕੰਪਲੀਟ ਕਰਦੇ ਹਾਂ। ਤਾਂ ਮੇਨ ਮੈਕਸਿਮਮ ਕੰਪਿਊਟਰ ਟਾਈਮ ਇਜ਼ ਕੰਜ਼ਿਊਮਿੰਗ ਡਿਊਰਿੰਗ ਦਾ ਲੇਟਰ ਪਾਰਟ ਆਫ ਦਾ ਕੋਡਿੰਗ ਐਂਡ ਟੈਸਟਿੰਗ, ਕੋਡਿੰਗ ਤੇ ਟੈਸਟਿੰਗ ਦਾ ਹੀ ਕੀ ਹੈ ਇੱਕ ਪਾਰਟ ਹੈ। ਠੀਕ ਹੈ ਜੀ। ਅੱਗੇ ਆ ਗਿਆ ਤਾਂ ਐਰਰ ਰਿਪੋਰਟ ਇਨਕਲੂਡ ਦਾ ਲਿਸਟ ਆਫ ਆਲ ਡਿਫੈਕਟ ਫਾਊਂਡ ਇਨ ਦਾ ਟੈਸਟ ਕੇਸ, ਜਿੰਨੇ ਵੀ ਟੈਸਟ ਕੇਸ ਦੇ ਵਿੱਚ ਜਿੰਨੇ ਵੀ ਐਰਰ ਵਗੈਰਾ ਹੁੰਦੇ ਉਹਨਾਂ ਦੀ ਰਿਪੋਰਟ ਕੀ ਹੁੰਦੀ ਹੈਗੀ, ਡਿਫੈਕਟ ਫਾਈਂਡ ਕੀਤੇ ਜਾਂਦੇ ਆ ਉਹ ਇੱਕ ਮਤਲਬ ਲਿਸਟ ਦੇ ਵਿੱਚ ਦਰਜ ਹੋ ਜਾਂਦੇ ਨੇ। ਤਾਂ ਟੂ ਫੈਸਿਲਿਟੀ ਰਿਪੋਰਟਿੰਗ ਐਂਡ ਟਰੈਕਿੰਗ ਆਫ ਦਾ ਡਿਫੈਕਟ ਫਾਊਂਡ ਡਿਊਰਿੰਗ ਦਾ ਟੈਸਟਿੰਗ ਦੇ ਦੌਰਾਨ ਹੀ ਉਹ ਲੱਭੇ ਜਾਂਦੇ ਨੇ। ਤਾਂ ਡਿਫੈਕਟ ਫਾਊਂਡ ਮਸਟ ਵੀ ਪ੍ਰੋਪਰਲੀ ਰਿਕਾਰਡਡ ਫਾਰ ਫਿਊਚਰ ਯੂਜ਼, ਤਾਂ ਡਿਫੈਕਟ ਜਿਹੜੇ ਆਪਾਂ ਮਸਟਲੀ ਮਤਲਬ ਕਿ ਰਿਕਾਰਡ ਕਰਦੇ ਫਿਊਚਰ ਯੂਜ਼ ਦੇ ਲਈ। ਤਾਂ ਟੈਸਟ ਐਗਜੀਕਿਊਸ਼ਨ ਰਿਕਾਰਡ ਆ ਜਿਹੜਾ ਆਪਣੇ ਕੋਲੇ ਲੈਸ ਦਾ ਟੈਸਟ ਐਗਜੀਕਿਊਸ਼ਨ ਰਿਕਾਰਡ ਐਸੋਸੀਏਟਡ ਵਿਦ ਦਾ ਟੈਸਟ ਕੇਸ ਦੇ ਨਾਲ ਹੀ ਸਹਿਯੋਗੀ ਹੁੰਦੀ ਆ। ਥੀਸ ਟੈਸਟ ਐਗਜੀਕਿਊਸ਼ਨ ਰਿਕਾਰਡ ਕੰਟੇਨ ਡਿਟੇਲ ਇਨਫੋਰਮੇਸ਼ਨ ਫਾਰ ਦਾ ਟੈਸਟ ਕੇਸ ਐਂਡ ਦਾ ਹਾਈ ਲੈਵਲ ਰਿਜ਼ਲਟ ਫਰੋਮ ਦਾ ਟੈਸਟ ਕੇਸ ਐਗਜੀਕਿਊਸ਼ਨ, ਮਤਲਬ ਸਾਰੀ ਐਗਜੀਕਿਊਸ਼ਨ ਦੇ ਰਿਜ਼ਲਟ ਵਗੈਰਾ ਸਾਰੇ ਇਹਦੇ ਵਿੱਚ ਹੀ ਆਪਣੇ ਕੋਲ ਕੀ ਹੋ ਜਾਂਦੇ ਨੇ, ਕਾਊਂਟ ਆਊਟ ਹੈ ਜਿਹੜੇ ਕਰ ਲੈਂਦੇ ਨੇ। ਠੀਕ ਹੈ ਜੀ। ਅੱਗੇ ਬੇਟਾ ਆਪਣੇ ਕੋਲੇ ਜਿਹੜੇ ਐਗਜੀਕਿਊਸ਼ਨ ਸਟੇਟਸ ਨੇ ਤੇ ਉਹਦੇ ਆਪਣੇ ਕੋਲੇ ਸਟੈਂਡਰਡ ਡੈਫੀਨੇਸ਼ਨ ਕੀ ਬਣਦੀ, ਜਿਵੇਂ ਫਸਟ ਆਪਣੇ ਕੋਲੇ ਦਿੱਤਾ ਵਾ ਪਾਸਟ, ਕਹਿੰਦੇ ਟੈਸਟ ਇਜ਼ ਡੀਮਡ ਟੂ ਪਾਸ ਇਫ ਦਾ ਐਕਚੁਅਲ ਰਿਜ਼ਲਟ ਮੈਚਸ ਇਜ਼ ਐਕਸੈਪਟਡ ਰਿਜ਼ਲਟ, ਜਿਸ ਤਰ੍ਹਾਂ ਦਾ ਰਿਜ਼ਲਟ ਆਪਾਂ ਚਾਹੁੰਦੇ ਜੇਕਰ ਆਪਣਾ ਟੈਸਟ ਉਹਦੇ ਨਾਲ ਮੈਚ ਕਰ ਗਿਆ, ਠੀਕ ਹੈ, ਰਿਜ਼ਲਟ ਆਪਣਾ ਮੈਚ ਕਰਦਾ ਤਾਂ ਦੈਟ ਇਜ਼ ਕਾਲਡ ਕੀ ਹੈ, ਉਹ ਪਾਸ ਹੋ ਜਾਂਦਾ। ਸੈਕਿੰਡ ਹੈਗਾ ਫੇਲਡ, ਇਹ ਟੈਸਟ ਇਜ਼ ਡੀਮਡ ਆਪਾਂ ਇਹਦੇ ਵਿੱਚ ਡੀਮਡ ਟੂ ਫੇਲ ਇਫ ਦਾ ਐਕਚੁਅਲ ਡਿਜ਼ਾਈਨ ਰਿਜ਼ਲਟ ਡਜ਼ ਨਾਟ ਮੈਚ ਇਟ ਐਕਸੈਪਟਡ, ਜਿਹੜਾ ਰਿਜ਼ਲਟ ਆਪਾਂ ਐਕਸੈਪਟ ਕਰਦੇ ਜਿਹਦੇ ਨਾਲ ਪਾਸ ਮੈਚ ਨਹੀਂ ਹੋਇਆ ਤਾਂ ਫੇਲ ਹੋ ਜਾਂਦਾ। ਐਰਰ ਜਿਹੜਾ ਆਪਣੇ ਕੋਲੇ ਐਰਰ ਦੇ ਵਿੱਚ ਕੀ ਹੁੰਦਾ ਬੇਟਾ, ਇਹ ਟੈਸਟ ਪ੍ਰੋਸੀਜਰ ਜਿਹੜਾ ਦੈਟ ਐਰਰ ਰਿਜ਼ਲਟ ਵੈਨ ਦੇਅਰ ਇਜ਼ ਪ੍ਰੋਬਲਮ ਐਗਜੀਕਿਊਟਿੰਗ ਦਾ ਟੈਸਟ ਇਟਸੈਲਫ, ਜਦੋਂ ਆਪਣੇ ਆਪ ਦੇ ਵਿੱਚ ਐਗਜੀਕਿਊਟ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ, ਕੋਈ ਮਿਸਟੇਕ ਆਉਂਦੀ ਆ ਤਾਂ ਉਹ ਐਰਰ ਰਿਜ਼ਲਟ ਜਿਹੜਾ ਫਾਈਂਡ ਆਊਟ ਹੁੰਦਾ। ਠੀਕ ਹੈ। ਤਾਂ ਕਹਿੰਦੇ ਫੋਰ ਐਗਜ਼ਾਮਪਲ ਨੈਟਵਰਕ ਐਰਰ ਔਰ ਮਿਸਟੇਕ ਇਨ ਦਾ ਟੈਸਟ ਸਕ੍ਰਿਪਟ ਦੈਟ ਮੇਕ ਇੰਪੋਸੀਬਲ ਟੂ ਕੰਟੀਨਿਊ, ਜਿਹਨੂੰ ਮਤਲਬ ਕਿ ਅੱਗੇ ਚਲਾਉਣਾ ਔਖਾ। ਅੱਗੇ ਆ ਗਿਆ ਆਪਣੇ ਕੋਲੇ ਬਲੌਕਡ ਟੈਸਟ ਕੇਸ ਦੈਟ ਕੈਨ ਨਾਟ ਬੀ ਐਗਜੀਕਿਊਟਡ ਬਿਕੋਜ਼ ਦਾ ਪ੍ਰੀ ਕੰਡੀਸ਼ਨਸ ਫਾਰ ਇਟਸ ਐਗਜੀਕਿਊਸ਼ਨਸ ਆਰ ਫੁੱਲਫਿਲਡ, ਕਹਿੰਦੇ ਬਲੌਕਡ ਉਹਦਾ ਜਦੋਂ ਜਿਹੜੀਆਂ ਵੀ ਕੰਡੀਸ਼ਨਸ ਆਪਾਂ ਲਗਾਈਆਂ ਨੇ ਉਹ ਜਦੋਂ ਆਪਾਂ ਨੂੰ ਪੂਰੀਆਂ ਨਹੀਂ ਮਿਲਦੀਆਂ ਤਾਂ ਸਿਸਟਮ ਕੀ ਹੋ ਜਾਂਦਾ, ਬਲੌਕਡ ਹੋ ਜਾਂਦਾ। ਪਾਰਸ਼ੀਅਲ ਬਲੌਕਡ ਹੈ ਟੈਸਟ ਕੇਸ ਦੈਟ ਕੈਨ ਨਾਟ ਬੀ ਕੰਪਲੀਟਲੀ ਐਗਜੀਕਿਊਟ, ਜਦੋਂ ਪੂਰੇ ਤੋਂ ਪੂਰਾ ਐਗਜੀਕਿਊਟ ਨਹੀਂ ਹੁੰਦਾ ਵੀ ਮਤਲਬ ਕੁਝ ਕੰਡੀਸ਼ਨਸ ਦੇ ਵਿੱਚ ਆਪਣੇ ਕੋਲੇ ਮਤਲਬ ਆਪਾਂ ਨੂੰ ਕੰਡੀਸ਼ਨਸ ਆ ਜਿਹੜੀਆਂ ਨਹੀਂ ਮਿਲਦੀਆਂ ਤਾਂ ਉਹ ਹੁੰਦਾ ਪਾਰਸ਼ੀਅਲ ਬਲੌਕਡ, ਮਤਲਬ ਕਿ ਕੁਝ ਕੁ ਪਾਰਟਸ ਦੇ ਵਿੱਚ ਕੋਈ ਪ੍ਰੋਬਲਮ ਰਹਿ ਜਾਂਦੀ ਹੈ। ਅੱਗੇ ਆ ਗਿਆ ਆਪਣੇ ਕੋਲੇ ਪਰਮ ਫੀਲਡ ਦੇ ਵਿੱਚ ਕੀ ਹੁੰਦਾ, ਟੈਸਟ ਕੇਸ ਹੂਜ਼ ਪ੍ਰਾਇਮਰੀ ਓਬਜੈਕਟਿਵ, ਜਿਹਦੇ ਵਿੱਚ ਮਤਲਬ ਆਪਣਾ ਮੇਨ ਓਬਜੈਕਟਿਵ ਆ ਜਿਹੜਾ ਵੈਲੀਡੇਟ ਫੰਕਸ਼ਨਸ ਦੈਟ ਇਜ਼ ਨੋ ਲੋਂਗਰ ਪ੍ਰੋਵਾਈਡਡ ਇਨ ਦਾ ਪ੍ਰੋਡਕਟ, ਜਿਹੜਾ ਲੰਬੇ ਸਮੇਂ ਲਈ ਮਤਲਬ ਪ੍ਰੋਡਕਟ ਦੇ ਵਿੱਚ ਪ੍ਰੋਵਾਈਡ ਆ ਜਿਹੜਾ ਨਹੀਂ ਕੀਤਾ ਜਾਂਦਾ। ਅੱਗੇ ਆ ਗਿਆ ਆਪਣੇ ਕੋਲ ਡੈਫਰਡ, ਕਹਿੰਦੇ ਟੈਸਟ ਕੇਸ ਦੈਟ ਕੈਨ ਨਾਟ ਬੀ ਕੰਪਲੀਟਲੀ ਐਗਜੀਕਿਊਟਡ ਇਨ ਦਾ ਗਿਵਨ ਰਿਲੀਜ਼ ਬਟ ਵਿਲ ਲਾਈਕਲੀ ਬੀ ਰਨ ਇਨ ਦਾ ਲੇਟਰ ਪ੍ਰੋਡਕਟ, ਮਤਲਬ ਕਿ ਉਹ ਪੂਰੇ ਦਾ ਪੂਰਾ ਐਗਜੀਕਿਊਟ ਨਹੀਂ ਹੁੰਦਾ ਪਰ ਮਤਲਬ ਆਪਾਂ ਉਹਨੂੰ ਥੋੜ੍ਹੇ ਸਮੇਂ ਲਈ ਰੋਕ ਦਿੰਦੇ ਹਾਂ ਵੀ ਬਾਅਦ 'ਚ ਆਪਾਂ ਪ੍ਰੋਡਕਟ ਦੇ ਵਿੱਚ ਇਹਨੂੰ ਰਿਲੀਜ਼ ਕਰ ਲਾਂਗੇ। ਅੱਗੇ ਹੈਗਾ ਇਨਕੰਪਲੀਟ, ਦਾ ਟੈਸਟ ਕੇਸ ਦੈਟ ਹੈਜ਼ ਨਾਟ ਬੀਨ ਕੰਪਲੀਟਲੀ ਐਗਜੀਕਿਊਟਡ ਫਾਰ ਵੈਰੀਅਸ ਰੀਜ਼ਨ, ਬਹੁਤ ਸਾਰੇ ਕਾਰਨਾਂ ਕਰਕੇ ਮਤਲਬ ਜਿਹੜਾ ਟੈਸਟ ਕੇਸ ਆਪਾਂ ਪੂਰੇ ਦਾ ਪੂਰਾ ਐਗਜੀਕਿਊਟ ਹੈ ਜਿਹੜਾ ਨਹੀਂ ਕਰਵਾ ਸਕਦੇ। ਅੱਗੇ ਹੈਗਾ ਇਨਕਲੂਸਿਵ, ਕਹਿੰਦੇ ਟੈਸਟ ਕੇਸ ਦੈਟ ਪ੍ਰੋਡਿਊਸ ਅ ਰਿਜ਼ਲਟ ਦੈਟ ਡਜ਼ ਨਾਟ ਹੈਵ ਅ ਕਲੀਅਰ ਰਿਜ਼ਲਟ, ਜਿਹਦੇ ਰਿਜ਼ਲਟ ਆਪਾਂ ਨੂੰ ਕਲੀਅਰ ਨਹੀਂ ਮਿਲਦੇ, ਠੀਕ ਹੈ, ਇਨਵੈਸਟੀਗੇਸ਼ਨ ਦੇ ਲਈ ਉਹ ਕੀ ਹੁੰਦਾ, ਇਨਕਨਕਲੂਸਿਵ ਹੁੰਦਾ। ਠੀਕ ਹੈ। ਅੱਗੇ ਆ ਗਿਆ ਆਪਣੇ ਕੋਲ ਬੇਟਾ ਨੈਕਸਟ ਟੌਪਿਕ ਬਲੈਕ ਬਾਕਸ ਐਂਡ ਵਾਈਟ ਬਾਕਸ ਟੈਸਟਿੰਗ, the test case selection criteria can be category as test case selection criteria can be category as functional testing ਤੇ structural testing। ਜਿਹੜੀ ਫੰਕਸ਼ਨਲ ਟੈਸਟਿੰਗ ਹੁੰਦੀ ਆ ਇਹਦੇ ਵਿੱਚ ਹਿਸਟੋਰੀਕਲ ਜੋ ਵੀ ਆਪਣਾ ਬੇਸਡ ਰਿਕੁਆਇਰਮੈਂਟ ਹੁੰਦੇ ਮਤਲਬ ਹਿਸਟਰੀ ਤੇ ਬੇਸਡ ਜੋ ਵੀ ਰਿਕੁਆਇਰਮੈਂਟਸ ਹੁੰਦੀਆਂ ਉਹ ਫੰਕਸ਼ਨਲ ਟੈਸਟਿੰਗ ਹੁੰਦੀ ਆ। ਸਟਰਕਚਰਲ ਟੈਸਟਿੰਗ ਦੇ ਵਿੱਚ ਕੀ ਹੁੰਦਾ ਆਪਣੇ ਕੋਲੇ ਪਾਥ ਸਿਲੈਕਸ਼ਨ ਕੀਤਾ ਜਾਂਦਾ ਵੀ ਕਿਸ ਰਸਤੇ 'ਚ ਕੰਮ ਕਰਨਾ, ਡਾਟਾ ਕਿਹੜਾ ਚਾਹੀਦਾ, ਸਪੈਸੀਫਿਕੇਸ਼ਨ ਬੇਸਡ ਆ ਜਾਂ ਫਾਲਟ ਬੇਸਡ ਆ। ਇਨ ਆਰਡਰ ਟੂ ਪ੍ਰੂਵ ਦੈਟ ਪੀਸ ਆਫ ਦਾ ਸੋਫਟਵੇਅਰ ਵਰਕ ਦਾ ਸੋਫਟਵੇਅਰ ਮਸਟ ਬੀ ਟੈਸਟਡ ਟੂ ਡਿਟਰਮਾਈਨ ਇਫ ਰਿਕੁਆਇਰਮੈਂਟ ਆਫ ਐਪਲੀਕੇਸ਼ਨਸ ਆਰ ਮੇਟ, ਤਾਂ ਇਹਦੇ ਵਿੱਚ ਇਹ ਚੀਜ਼ ਚੈੱਕ ਕੀਤੀ ਜਾਂਦੀ ਵੀ ਮਤਲਬ ਆਪਾਂ ਨੂੰ ਐਪਲੀਕੇਸ਼ਨ ਦੇ ਵਿੱਚ ਰਿਕੁਆਇਰਮੈਂਟਸ ਆ ਜਿਹੜੀਆਂ ਮਿਲ ਗਈਆਂ ਜਾਂ ਨਹੀਂ ਮਿਲੀਆਂ। ਠੀਕ ਹੈ ਜੀ। ਤਾਂ ਦੇਅਰ ਆਰ ਸੈਵਰਲ ਡਿਫਰੈਂਟ ਟਾਈਪ ਆਫ ਟੈਸਟ ਯੂਜ਼ ਥਰੂ ਦਾ ਡਿਵੈਲਪਮੈਂਟ ਪ੍ਰੋਸੈਸ ਦੇ ਦੁਆਰਾ ਅਲੱਗ-ਅਲੱਗ ਤਰ੍ਹਾਂ ਦੇ ਮਤਲਬ ਆਪਾਂ ਕੁਝ ਸੋਫਟਵੇਅਰ ਟੈਸਟਿੰਗ ਦੇ ਲਈ ਟਾਈਪਸ ਯੂਜ਼ ਕਰਦੇ, ਜਿਵੇਂ ਦੋ ਤਰ੍ਹਾਂ ਦੀ ਹੁੰਦੀਆਂ ਮੇਨ ਟੈਸਟਿੰਗ ਵਾਈਟ ਬਾਕਸ ਐਂਡ ਬਲੈਕ ਬਾਕਸ ਟੈਸਟਿੰਗ। ਵਾਈਟ ਬਾਕਸ ਟੈਸਟ ਕੇਸ ਆਰ ਯੂਜ਼ ਟੂ ਟੈਸਟ ਸਪੈਸੀਫਿਕ ਪਾਥ ਥਰੂ ਦਾ ਕੋਡ ਦੇ ਦੁਆਰਾ ਮਤਲਬ ਕਿ ਥਰੂ ਕੋਡ ਦੇ ਦੁਆਰਾ ਇੱਕ ਸਪੈਸੀਫਿਕ ਪਾਥ ਆ ਜਿਹੜਾ ਸਿਲੈਕਟ ਕੀਤਾ ਜਾਂਦਾ ਮਤਲਬ ਉਹ ਯੂਜ਼ ਕੀਤਾ ਜਾਂਦਾ। ਤਾਂ ਐਟ ਅ ਡਿਸੀਜ਼ਨ ਪੁਆਇੰਟ ਯੂ ਕੈਨ ਟੈਸਟ ਦਾ ਬਾਉਂਡਰੀ ਆਫ ਦਾ ਡਿਸੀਜ਼ਨ ਦੀ ਆਪਾਂ ਬਾਉਂਡਰੀ ਸੈੱਟ ਕਰਨੀ ਹੈ ਮਤਲਬ ਲਿਮਿਟੇਸ਼ਨ ਕਦੋਂ ਤੱਕ ਆ ਗਈ। ਠੀਕ ਹੈ। ਐਂਡ ਪਾਰਸ਼ਨ ਆਫ ਦਾ ਡਿਸੀਜ਼ਨ ਦੇ ਮਤਲਬ ਕੀ ਪਾਰਟ ਨੇ ਕੀ ਆ ਉਸ ਅਕੋਰਡਿੰਗ ਆਪਾਂ ਬਲੈਕ ਬਾਕਸ ਟੈਸਟ ਟਰੀਟ ਦਾ ਪ੍ਰੋਗਰਾਮ ਲਾਈਕ ਆ ਬਲੈਕ ਬਾਕਸ ਦੀ ਤਰ੍ਹਾਂ ਕੰਮ ਕਰਦਾ। ਵਟ ਹੈਪਨ ਇਨ ਦਾ ਪ੍ਰੋਗਰਾਮ ਇਜ਼ ਇਨਵਿਜ਼ੀਬਲ, ਕੋਈ ਚੀਜ਼ਾਂ ਇੱਦਾਂ ਦੀ ਹੁੰਦੀ ਹੈ ਵੀ ਪ੍ਰੋਗਰਾਮ ਦੇ ਵਿੱਚ ਹੋ ਰਹੀ ਹੈ ਪਰ ਉਹ ਆਪਾਂ ਨੂੰ ਦਿਖਦੀਆਂ ਨਹੀਂ। ਐਂਡ ਇੰਪੋਰਟੈਂਟ ਟੂ ਯੂਜ਼ਰ ਬਲੈਕ ਬਾਕਸ ਟੈਸਟ ਕੇਸ ਓਨਲੀ ਲੁੱਕ ਐਟ ਦਾ ਸਪੈਸੀਫਿਕ ਇਨਪੁਟ ਐਂਡ ਆਊਟਪੁੱਟ ਆਫ ਦਾ ਐਪਲੀਕੇਸ਼ਨ, ਇਨਪੁਟ ਤੇ ਆਊਟਪੁੱਟ ਦੇ ਵਿੱਚ ਹੀ ਇਹ ਜ਼ਰੂਰੀ ਹੁੰਦੀ ਹੈ। ਠੀਕ ਹੈ ਜੀ। ਅੱਗੇ ਆਪਾਂ ਬਲੈਕ ਬਾਕਸ ਐਂਡ ਵਾਈਟ ਬਾਕਸ ਟੈਸਟਿੰਗ
मतलब जिन्ने भी अपने कोले आ गए ਇਹਦੇ ਵਿੱਚ every set test object can be tested in two principal ways to determine whether it fulfill its specification ਜਿਹਦੇ ਵਿੱਚ ਇਹਦੀ specification ਮਿਲਦੀ ਹੈ ਨਾ ਦਾ two principal way ਆ testing ਦੇ black box test ਹੈ the test of the input output behavior without consider the inner structure of the test ਇਹਦੇ ਵਿੱਚ ਸਿਰਫ ਇਨਪੁਟ ਤੇ ਆਊਟਪੁੱਟ ਦਾ ਬਿਹੇਵੀਅਰ ਚੈੱਕ ਕਰਨਾ ਵੀ ਕਿਸ ਟਾਈਪ ਦੀ ਇਨਪੁਟ ਹੈ ਤੇ ਕਿਸ ਟਾਈਪ ਦੀ ਆਊਟਪੁੱਟ ਮਿਲੀ ਹੈ ਇਹਦੇ ਵਿੱਚ ਆਪਾਂ ਇੰਟਰਨਲ ਸਟਰਕਚਰ ਹੈ ਜਿਹੜਾ ਮਤਲਬ ਕਿ ਉਹ ਆਪਾਂ ਯੂਜ਼ ਨਹੀਂ ਕਰਦੇ ਅੱਗੇ ਵਾਈਟ ਬਾਕਸ ਟੈਸਟ ਹੈ ਜਿਹੜਾ ਆਪਣੇ ਕੋਲੇ ਸਟਰਕਚਰ ਟੈਸਟ ਔਰ ਦਾ ਇੰਟੀਰੀਅਰ ਟੈਸਟ ਮਤਲਬ ਇਹਦੇ ਵਿੱਚ ਸਟਰਕਚਰ ਵੀ ਜੋ ਵੀ ਦਾ ਢਾਂਚਾ ਜੋ ਵੀ ਦਾ ਅੰਦਰੂਨੀ ਸਟਰਕਚਰ ਉਹਨੂੰ ਟੈਸਟ ਕੀਤਾ ਜਾਂਦਾ ਹੈਗਾ ਤਾਂ ਟੈਸਟ ਆਫ ਦਾ ਇਨਪੁਟ ਆਊਟਪੁੱਟ ਬਿਹੇਵੀਅਰ ਕੰਸਾਈਡਰ ਦਾ ਇਨਰ ਸਟਰਕਚਰ ਇਹਦੇ ਵਿੱਚ ਆਪਾਂ ਇਨਰ ਸਟਰਕਚਰ ਨੂੰ ਕੰਸੀਡਰ ਹੈ ਜਿਹੜਾ ਕੀਤਾ ਜਾਂਦਾ ਹੈ ਅੱਗੇ ਹੈਗਾ ਬਲੈਕ ਬਾਕਸ ਟੈਸਟ ਬਲੈਕ ਬਾਕਸ ਟੈਸਟਿੰਗ ਟੇਕ ਆ ਐਕਸਟਰਨਲ ਪ੍ਰਸਪੈਕਟਿਵ ਆਫ ਦਾ ਟੈਸਟ ਆਬਜੈਕਟ ਟੂ ਡਰਾਈਵ ਟੈਸਟ ਕੇਸ ਦੇ ਦੁਆਰਾ ਹੀ ਇਹ ਮਤਲਬ ਕਿ ਉਹਦੇ ਐਕਸਟਰਨਲ ਮਤਲਬ ਕਿ ਜੋ ਵੀ ਪ੍ਰਸਪੈਕਟਿਵ ਉਹਨੂੰ ਟੈਸਟ ਕੀਤਾ ਜਾਂਦਾ ਥੀਸ ਟੈਸਟਸ ਕੈਨ ਬੀ ਫੰਕਸ਼ਨਲ ਔਰ ਨਾਨ ਫੰਕਸ਼ਨਲ ਇਹ ਫੰਕਸ਼ਨਲ ਵੀ ਹੋ ਸਕਦੇ ਤੇ ਨਾਨ ਫੰਕਸ਼ਨਲ ਵੀ ਹੋ ਸਕਦੇ ਆ ਦਾ ਟੈਸਟ ਡਿਜ਼ਾਈਨਰ ਸਿਲੈਕਟ ਵੈਲਿਡ ਐਂਡ ਇਨਵੈਲਿਡ ਇਨਪੁਟ ਐਂਡ ਡਿਟਰਮਾਈਨ ਦਾ ਕਰੈਕਟ ਆਊਟਪੁੱਟ ਜਿਹੜਾ ਟੈਸਟ ਡਿਜ਼ਾਈਨਰ ਆ ਮਤਲਬ ਕਿ ਇਹਦੇ ਵਿੱਚ ਵੈਲਿਡ ਤੇ ਇਨਵੈਲਿਡ ਇਨਪੁਟ ਨੂੰ ਮਤਲਬ ਕਿ ਲੈਂਦਾ ਵੈਲਿਡ ਵੀ ਲੈ ਲੈਂਦਾ ਇਨਵੈਲਿਡ ਵੀ ਲੈ ਲੈਂਦਾ ਤੇ ਉਹਦੇ ਤੋਂ ਆਪਾਂ ਮਤਲਬ ਕਿ ਕਰੈਕਟ ਆਊਟਪੁੱਟ ਆ ਜਿਹੜੀ ਨਿਕਲਦੀ ਹੈ ਤਾਂ ਦੇਅਰ ਇਜ਼ ਨੋ ਨੌਲੇਜ ਆਫ ਦਾ ਟੈਸਟ ਆਬਜੈਕਟ ਇੰਟਰਨਲ ਸਟਰਕਚਰ ਇਹਦੇ ਵਿੱਚ ਇੰਟਰਨਲ ਸਟਰਕਚਰ ਦੀ ਜ਼ਰੂਰਤ ਹੈ ਜਿਹੜੀ ਆਪਾਂ ਨੂੰ ਨਹੀਂ ਪੈਂਦੀ ਤਾਂ ਦਿਸ ਮੈਥਡ ਆਫ ਟੈਸਟ ਡਿਜ਼ਾਈਨ ਇਜ਼ ਐਪਲੀਕੇਬਲ ਟੂ ਆਲ ਦਾ ਲੈਵਲ ਆਫ ਦਾ ਸੌਫਟਵੇਅਰ ਟੈਸਟਿੰਗ ਯੂਨਿਟ ਇੰਟੀਗ੍ਰੇਸ਼ਨ ਫੰਕਸ਼ਨਲ ਟੈਸਟਿੰਗ ਸਿਸਟਮ ਐਂਡ ਐਕਸੈਪਟੈਂਸ ਇਹ ਸਾਰੀਆਂ ਟੈਸਟਿੰਗ ਦੇ ਵਿੱਚ ਆਪਾਂ ਇਹਨੂੰ ਕੀ ਕਰਦੇ ਆ ਯੂਜ਼ ਆ ਜਿਹੜਾ ਆਪਾਂ ਕਰਦੇ ਆ ਤਾਂ ਦਿਸ ਇਜ਼ ਅਦਰਵਾਈਜ਼ ਕਾਲਡ ਆ ਫੰਕਸ਼ਨ ਇਹਨੂੰ ਆਪਾਂ ਬਲੈਕ ਬਾਕਸ ਟੈਸਟਿੰਗ ਨੂੰ ਆਪਾਂ ਫੰਕਸ਼ਨਲ ਟੈਸਟਿੰਗ ਵੀ ਹੈ ਜਿਹੜਾ ਕਹਿ ਸਕਦੇ ਆ ਠੀਕ ਹੈ ਜੀ ਤਾਂ ਇਨ ਕੰਟੇਨਰੀ ਕਹਿੰਦੇ ਟੂ ਵਾਈਟ ਬਾਕਸ ਟੈਸਟਿੰਗ ਹੇਅਰ ਦਾ ਪਰਸਨ ਹੂ ਇਜ਼ ਡੂਇੰਗ ਦਾ ਬਲੈਕ ਬਾਕਸ ਟੈਸਟਿੰਗ ਨੀਡ ਨਾਟ ਹੈਵ ਦਾ ਪ੍ਰੋਗਰਾਮਿੰਗ ਨੌਲੇਜ ਤਾਂ ਉਹਨੂੰ ਬਲੈਕ ਬਾਕਸ ਟੈਸਟਿੰਗ ਦੀ ਜਿਹੜੀ ਮਤਲਬ ਕਿ ਪ੍ਰੋਗਰਾਮਿੰਗ ਦੀ ਨੌਲੇਜ ਦੀ ਵਰਤੋਂ ਆ ਜਿਹੜੀ ਨਹੀਂ ਪੈਂਦੀ ਜ਼ਰੂਰਤ ਹੈ ਜਿਹੜੀ ਉਹਨੂੰ ਇਹ ਨਹੀਂ ਪੈਂਦੀ ਤਾਂ ਦਿਸ ਬਿਕੋਜ਼ ਦਾ ਪਰਸਨ ਡੂਇੰਗ ਦਾ ਬਲੈਕ ਬਾਕਸ ਟੈਸਟਿੰਗ ਵੁੱਡ ਅਸੈਸ ਦਾ ਆਊਟਪੁੱਟ ਬਲੈਕ ਬਾਕਸ ਟੈਸਟਿੰਗ ਦੀ ਵਰਤੋਂ ਹੀ ਆਪਾਂ ਆਊਟਪੁੱਟ ਦਾ ਮੁਲਾਂਕਣ ਕਰਨ ਦੇ ਲਈ ਕੀ ਕਰਦੇ ਆ ਯੂਜ਼ ਕਰਦੇ ਜਿਹੜੀ ਕੀਤੇ ਡਿਪੈਂਡ ਹੁੰਦੀ ਹੈਗੀ ਇਨਪੁੱਟ ਤੇ ਜਿਹੜੀ ਡਿਪੈਂਡ ਹੁੰਦੀ ਹੈ ਠੀਕ ਹੈ ਜੀ ਅੱਗੇ ਆਪਣੇ ਕੋਲੇ ਆ ਗਿਆ ਨੈਕਸਟ ਇਹਦੇ ਵਿੱਚ ਜਿਹੜੀ ਬਲੈਕ ਬਾਕਸ ਟੈਸਟਿੰਗ ਦਾ ਮੈਥਡ ਆ ਜਿਹੜੀ ਬਲੈਕ ਬਾਕਸ ਟੈਸਟਿੰਗ ਆ ਫੋਕਸ ਔਨ ਦਾ ਫੰਕਸ਼ਨਲ ਰਿਕੁਆਇਰਮੈਂਟ ਆਫ ਸੌਫਟਵੇਅਰ ਬੇਟਾ ਜਿਹੜੀ ਮਤਲਬ ਕਿ ਜਿਹੜੀ ਬਲੈਕ ਬਾਕਸ ਟੈਸਟਿੰਗ ਹੁੰਦੀ ਆ ਇਹ ਮਤਲਬ ਜੋ ਵੀ ਫੰਕਸ਼ਨਲ ਰਿਕੁਆਇਰਮੈਂਟ ਜਿਹੜੇ ਕੰਮ ਨੇ ਸੌਫਟਵੇਅਰ ਦੇ ਉਹਦੇ ਉੱਪਰ ਫੋਕਸ ਕਰਦੀ ਆ ਬਲੈਕ ਬਾਕਸ ਟੈਸਟਿੰਗ ਅਨੇਬਲ ਦਾ ਸੌਫਟਵੇਅਰ ਇੰਜੀਨੀਅਰ ਟੂ ਡਰਾਈਵ ਦਾ ਸੈਟਸ ਆਫ ਇਨਪੁਟ ਕੰਡੀਸ਼ਨ ਦੈਟ with fully exercise all functional requirement for the program ਤਾਂ ਮਤਲਬ ਜਿਹੜੀ ਬਲੈਕ ਬਾਕਸ ਟੈਸਟਿੰਗ ਅਨੇਬਲ ਜਿਹੜਾ ਸੌਫਟਵੇਅਰ ਇੰਜੀਨੀਅਰ ਹੈ ਇਹ ਮਤਲਬ ਸੈਟ ਆਫ ਇਨਪੁਟ ਕੰਡੀਸ਼ਨ ਤੇ ਡਿਪੈਂਡ ਕਰਦੇ ਵੀ ਇਹਦੀ ਆਊਟਪੁੱਟ ਆਪਾਂ ਨੂੰ ਕੀ ਮਿਲੂਗੀ ਠੀਕ ਹੈ ਤਾਂ ਬਲੈਕ ਬਾਕਸ ਟੈਸਟਿੰਗ ਅਟੈਂਪਟ ਟੂ ਫਾਈਂਡ ਐਰਰ ਫਾਈਂਡ ਕਰਨ ਲਈ ਕਿਹੜੇ ਕੈਟਾਗਰੀ ਇਨਕਰੈਕਟ ਔਰ ਮਿਸਿੰਗ ਫੰਕਸ਼ਨ ਚੈੱਕ ਕਰਦੇ ਵੀ ਇਨਕਰੈਕਟ ਕਿਹੜੇ ਆ ਮਿਸਿੰਗ ਫੰਕਸ਼ਨ ਕਿਹੜੇ ਆ ਇੰਟਰਫੇਸ ਐਰਰ ਕਿਹੜੇ ਨੇ ਐਰਰ ਇਨ ਡਾਟਾ ਸਟਰਕਚਰ 'ਚ ਕੀ ਹੈ ਐਕਸਟਰਨਲ ਡਾਟਾਬੇਸ 'ਚ ਕੀ ਐਰਰ ਹੈ ਪਰਫਾਰਮੈਂਸ ਐਰਰ ਕੀ ਹੈ ਇਨੀਸ਼ੀਅਲਾਈਜੇਸ਼ਨ ਤੇ ਟਰਮੀਨੇਸ਼ਨ ਐਰਰ ਕੀ ਹੈ ਸਟਾਰਟਿੰਗ ਐਰਰ ਕੀ ਹੈ ਐਂਡ ਵਾਲੇ ਐਰਰ ਕੀ ਹੈ ਬਲੈਕ ਬਾਕਸ ਟੈਸਟ to detect the deviation of the test object from its specification ਤੋਂ ਹੀ ਉਹਦੇ ਵਿੱਚੋਂ ਮਤਲਬ ਕਿ ਡੈਵੀਏਸ਼ਨ ਨੂੰ ਸਿਲੈਕਟ ਕਰਦੇ ਆ ਤਾਂ ਸਿਲੈਕਸ਼ਨ ਆਫ ਦਾ ਟੈਸਟ ਕੇਸ ਇਜ਼ ਬੇਸਡ ਔਨ ਦਾ ਸਪੈਸੀਫਿਕੇਸ਼ਨ ਆਫ ਟੈਸਟ ਆਬਜੈਕਟ ਵਿਦਆਊਟ ਨੌਲੇਜ ਆਫ ਇਨਰ ਸਟਰਕਚਰ ਮਤਲਬ ਇਨਰ ਸਟਰਕਚਰ ਦੀ ਜ਼ਰੂਰਤ ਹੈ ਜਿਹੜੀ ਇਹਦੇ ਵਿੱਚ ਆਪਾਂ ਨੂੰ ਨਹੀਂ ਪੈਂਦੀ ਠੀਕ ਹੈ ਜੀ ਕ੍ਰਾਈਟੇਰੀਆ ਫਾਰ ਟੈਸਟ ਕੇਸ ਲਈ ਕਿਸ ਟਾਈਪ ਦਾ ਕ੍ਰਾਈਟੇਰੀਆ ਵੀ ਕਿੱਥੇ ਆਪਾਂ ਟੈਸਟ ਕੇਸ ਅਪਲਾਈ ਕਰਨਾ test case that reduce by count that is greater than 1 the number of additional test case that must be designed to achieve the reasonable testing ਵਧੀਆ ਟੈਸਟਿੰਗ ਅਚੀਵ ਕਰਨ ਦੇ ਲਈ ਆਪਾਂ ਇਹਦੇ ਵਿੱਚ ਐਡੀਸ਼ਨਲ ਟੈਸਟ ਕੇਸ ਆ ਜਿਹੜੇ ਆਪਾਂ ਯੂਜ਼ ਕਰਦੇ ਆ ਤਾਂ ਟੈਸਟ ਕੇਸ that tell us something about the presence or absence of classes of error ਮਤਲਬ ਇਹਦੇ ਵਿੱਚ presence ਕੀ ਹੈ ਕਲਾਸਿਸ ਦੀ ਐਬਸੈਂਸ ਕੀ ਹੈ ਕਲਾਸਿਸ ਦੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਕੀ ਕੀਤਾ ਜਾਂਦਾ ਚੈੱਕ ਕੀਤਾ ਜਾਂਦਾ ਤਾਂ ਬਲੈਕ ਬਾਕਸ ਟੈਸਟ ਪ੍ਰੋਵਾਈਡ ਨੋ ਇਨਫੋਰਮੇਸ਼ਨ ਅਬਾਊਟ ਵੈਦਰ ਆਲ ਫੰਕਸ਼ਨ ਆਫ ਦਾ ਟੈਸਟ ਆਬਜੈਕਟ ਆਰ ਐਕਚੁਅਲੀ ਨੈਸੈਸਰੀ ਵੀ ਸਾਰੇ ਮਤਲਬ ਕਿ ਫੰਕਸ਼ਨ ਦੀ ਜਿਹੜੀ ਬਲੈਕ ਬਾਕਸ ਟੈਸਟ ਇਨਫੋਰਮੇਸ਼ਨ ਦੀ ਜ਼ਰੂਰਤ ਹੈ ਜਿਹੜੀ ਆਪਾਂ ਨੂੰ ਨਹੀਂ ਪੈਂਦੀ ਸਿਰਫ ਆਪਾਂ ਨੂੰ ਉਨੀ ਦੀ ਪੈਂਦੀ ਜਿੰਨੀ ਕੁ ਆਪਾਂ ਇਨਪੁੱਟ ਲੈਤੀ ਉਹਦੀ ਆਊਟਪੁੱਟ ਦੇ ਅਕੋਰਡਿੰਗ ਰਿਜ਼ਲਟ ਹੈ ਜਿਹੜਾ ਉਹਦਾ ਹੋਣਾ ਚਾਹੀਦਾ ਤਾਂ ਬਲੈਕ ਬਾਕਸ ਟੈਸਟਿੰਗ ਦੇ ਕੁਝ ਟੈਕਨੀਕਸ ਹੈ ਜਿਵੇਂ ਇਕੁਇਵੈਲੈਂਸ ਕਲਾਸ ਪਾਰਸ਼ਨਿੰਗ ਹੋ ਗਈ ਬਾਉਂਡਰੀ ਵੈਲਿਊ ਐਨਾਲਿਸਿਸ ਹੋ ਗਈ ਕੇਸ ਇਫੈਕਟਿਵ ਗ੍ਰਾਫਸ ਹੋ ਗਈ ਕੰਪੈਰੀਜ਼ਨ ਟੈਸਟਿੰਗ ਹੋ ਗਈ ਠੀਕ ਹੈ ਤਾਂ ਪਹਿਲਾਂ ਆਪਾਂ ਪੜਾਂਗੇ ਇਕੁਇਵੈਲੈਂਸ ਕਲਾਸ ਪਾਰਸ਼ਨਿੰਗ ਕੀ ਹੁੰਦੀ ਹੈ ਇਕੁਇਵੈਲੈਂਸ ਕਹਿੰਦੇ in this approach input domain of program is partitioning into the finite number of equivalence class ਮਤਲਬ ਇੱਕੋ ਜਿਹੇ ਸਿੱਟਾਂ ਦੇ ਵਿੱਚ ਪਾਰਟਸ ਦੇ ਵਿੱਚ ਆਪਾਂ ਪ੍ਰੋਗਰਾਮ ਨੂੰ ਡਿਵਾਈਡ ਕਰ ਲੈਂਦੇ ਹਾਂ ਨਿਸ਼ਚਿਤ ਹੁੰਦੇ ਨੇ ਬਾਉਂਡਰੀ ਵੈਲਿਊ ਲਿਮਿਟਡ ਹੁੰਦੇ ਵੀ ਆਪਾਂ ਸਿਰਫ ਇੱਕ ਸੈੱਟ ਦੇ ਵਿੱਚ ਇੰਨਾ ਕੰਮ ਕਰਨਾ ਤਾਂ this partitioning is done such that behavior of the program is similar to for every input data belonging to the same equivalence class ਤਾਂ ਮਤਲਬ ਇਸ ਜਿਹੜੀ ਪਾਰਸ਼ਨਿੰਗ ਹੁੰਦੀ ਹੈ ਜੋ ਵੀ ਇਹਦੇ ਵਿੱਚ ਪਾਰਟਸ ਆਪਾਂ ਡਿਵਾਈਡ ਕਰਦੇ ਵੀ ਪ੍ਰੋਗਰਾਮ ਦੇ ਬਿਹੇਵੀਅਰ ਤੇ ਡਿਪੈਂਡ ਕਰਦੇ ਵੀ ਇਨਪੁਟ ਕਿਸ ਪਾਰਟ ਦੇ ਨਾਲ
ਬਿਲੋਂਗ ਕਰਦੀ ਆ। ਤਾਂ ਬੇਸਿਕ ਆਈਡੀਆ ਆਫ ਡਿਫਾਈਨਿੰਗ ਆਫ ਦਾ ਇਕੁਇਵੈਲੈਂਸ ਕਲਾਸ ਆਫ ਦੈਟ ਇਜ਼ ਟੈਸਟਿੰਗ ਦਾ ਕੋਡ ਵਿਦ ਐਨੀ ਵਨ ਵੈਲਿਊ ਬਿਲੋਂਗਿੰਗ ਟੂ ਦਾ ਦੈਟ ਇਕੁਅਲ। ਕੋਈ ਵੀ ਟੈਸਟਿੰਗ ਹੈ ਜਿਹੜੀ ਉਹ ਕੋਡ ਦੇ ਨਾਲ ਮੈਚ ਕਰਦੀ ਹੋਣੀ ਚਾਹੀਦੀ ਹੈ। ਇਫ ਵਨ ਟੈਸਟ ਕੇਸ ਇਨ ਦਾ ਕਲਾਸ ਆਫ ਡਿਟੈਕਟ ਐਨ ਐਰਰ ਆਲ ਅਦਰ ਟੈਸਟ ਕੇਸ ਇਨ ਦਾ ਕਲਾਸ ਵੁੱਡ ਬੀ ਐਕਸੈਪਟਡ ਟੂ ਫਾਈਂਡ ਸੇਮ ਐਰਰ। ਮਤਲਬ ਜੇ ਇੱਕ ਕੇਅਰ ਦੇ ਵਿੱਚ ਮਤਲਬ ਇੱਕ ਟੈਸਟ ਕੇਸ ਦੇ ਵਿੱਚ ਮਤਲਬ ਕੋਈ ਵੀ ਪ੍ਰੋਬਲਮ ਆ ਗਈ ਡਿਟੈਕਟ ਹੋ ਗਿਆ ਐਰਰ ਤਾਂ ਉਹ ਸਾਰਿਆਂ ਦੇ ਵਿੱਚ ਹੀ ਹੋਣਗੇ। ਤਾਂ ਇਫ ਦਾ ਟੈਸਟ ਕੇਸ ਡਿਡ ਨਾਟ ਡਿਟੈਕਟ ਐਨੀ ਐਰਰ, ਜੇ ਨਹੀਂ ਕੋਈ ਵੀ ਐਰਰ ਤਾਂ ਵੀ ਵੁੱਡ ਐਕਸੈਪਟ ਦੈਟ ਨੋ ਅਦਰ ਟੈਸਟ ਕੇਸ ਇਨ ਦਾ ਕਲਾਸ ਵੁੱਡ ਫਾਈਂਡ ਐਰਰ। ਤਾਂ ਦੂਜਿਆਂ ਦੇ ਵਿੱਚ ਵੀ ਕੋਈ ਵੀ ਐਰਰ ਹੈ ਜਿਹੜਾ ਨਹੀਂ ਹੋਊਗਾ। ਤਾਂ ਫੋਲੋਇੰਗ ਆਰ ਦਾ ਸੇਮ ਬੇਸਿਕ ਗਾਈਡਲਾਈਨਸ ਆਫ ਆਰ ਡਿਜ਼ਾਈਨਿੰਗ ਦਾ ਇਕੁਇਵੈਲੈਂਸ ਕਲਾਸ। ਇਕੁਇਵੈਲੈਂਸ ਕਲਾਸ ਨੂੰ ਡਿਜ਼ਾਈਨ ਕਰਨ ਲਈ ਕੁਝ ਗਾਈਡਲਾਈਨਸ, ਕੁਝ ਸਿਧਾਂਤ ਆਪਾਂ ਨੂੰ ਫੋਲੋ ਕਰਨੇ ਪੈਂਦੇ ਆ। ਇਫ ਦਾ ਇਨਪੁਟ ਡਾਟਾ ਵੈਲਿਊ ਟੂ ਦਾ ਸਿਸਟਮ ਕੈਨ ਬੀ ਸਪੈਸੀਫਾਈਡ ਬਾਈ ਦਾ ਰੇਂਜ ਆਫ ਵੈਲਿਊ। ਤਾਂ ਇਨਪੁਟ ਡਾਟਾ ਮਤਲਬ ਇਹਦੇ ਵਿੱਚ ਇੱਕ ਤਾਂ ਰੇਂਜ ਵੈਲਿਊ ਚੈੱਕ ਕਰਦੇ ਵੀ ਜੋ ਵੀ ਆਪਾਂ ਇਨਪੁਟ ਡਾਟਾ ਸਿਸਟਮ ਦੇ ਵਿੱਚ ਯੂਜ਼ ਕਰ ਰਹੇ ਹਾਂ ਵੀ ਉਹਦੀ ਵੈਲਿਊ ਕੀ ਆ, ਵੀ ਮਤਲਬ ਰੇਂਜ ਕਿੰਨੀ ਆ। ਦੈਨ ਵਨ ਵੈਲਿਡ ਐਂਡ ਟੂ ਇਨਵੈਲਿਡ ਇਨਪੁਟ ਇਕੁਇਵੈਲੈਂਸ ਕਲਾਸ ਸ਼ੁੱਡ ਬੀ ਡਿਫਾਈਨਡ। ਉਹਦੇ ਵਿੱਚ ਇੱਕ ਵੈਲਿਡ ਵੀ ਹੋ ਸਕਦੀ ਹੈ, ਦੋ ਇਨਵੈਲਿਡ ਇਨਪੁਟ ਵੀ ਹੋ ਸਕਦੀਆਂ ਨੇ। ਇਫ ਇਨਪੁਟ ਅਜ਼ਿਊਮ ਵੈਲਿਊ ਫਰੋਮ ਸੈਟ ਆਫ ਡਿਸਕ੍ਰੀਟ ਮੈਂਬਰ ਆਫ ਦਾ ਡੋਮੇਨ ਦੈਟ ਵਨ ਇਕੁਇਵੈਲੈਂਸ ਕਲਾਸ ਫਾਰ ਵੈਲਿਡ ਇਨਪੁਟ ਵੈਲਿਊਜ਼ ਐਂਡ ਅਨਦਰ ਇਕੁਇਵੈਲੈਂਸ ਕਲਾਸ ਫਾਰ ਇਨਵੈਲਿਡ ਇਨਪੁਟ ਕਲਾਸ ਸ਼ੁੱਡ ਬੀ ਡਿਫਾਈਨਡ। ਜੇ ਇਨਪੁਟ ਅਜ਼ਿਊਮ ਕਰਦੇ ਆ ਵੈਲਿਊ ਫਰੋਮ ਸੈਟ ਆਫ ਡਿਸਕ੍ਰੀਟ ਅਲੱਗ-ਅਲੱਗ ਮਤਲਬ ਡੋਮੇਨਸ ਦੇ ਵਿੱਚ ਮਤਲਬ ਉਹਨੂੰ ਇਨਪੁਟ ਮਿਲਦੀ ਆ ਤਾਂ ਉਹ ਇੱਕ ਜਿਹੜੀ ਇਕੁਇਵੈਲੈਂਸ ਕਲਾਸ ਉਹ ਵੈਲਿਡ ਇਨਪੁਟ ਨੂੰ ਲੈ ਲੂ ਤੇ ਬਾਕੀ ਕਿਹਨੂੰ ਲੈ ਲੂਗੀ, ਇਨਵੈਲਿਡ ਨੂੰ ਲੈ ਲੂਗੀ। ਠੀਕ ਹੈ ਜੀ। ਅੱਗੇ ਆਪਣੇ ਕੋਲ ਆ ਗਿਆ ਨੈਕਸਟ, ਜਿਵੇਂ ਟੈਸਟ ਕੇਸ ਫਾਰ ਇਨਪੁਟ ਬਾਕਸ ਐਕਸੈਪਟਿੰਗ ਨੰਬਰ ਬਿਟਵੀਨ 1 ਐਂਡ 1000 ਯੂਜ਼ਿੰਗ ਦਾ ਇਕੁਇਵੈਲੈਂਸ ਪਾਰਸ਼ਨਿੰਗ। ਜਿਵੇਂ ਬੇਟਾ ਦੇਖੋ ਵਨ ਇਨਪੁਟ ਡਾਟਾ ਕਲਾਸ ਵਿਦ ਆਲ ਵੈਲਿਡ ਵੈਲਿਡ ਮਤਲਬ ਇਨਪੁਟ ਆਪਣੀ ਵੈਲਿਡ ਹੈ ਮਤਲਬ ਜਿਹੜੀ ਯੂਜ਼ ਕਰਨੀ ਆ। ਪਿਕ ਆ ਸਿੰਗਲ ਵੈਲਿਊ ਫਰੋਮ ਰੇਂਜ, ਆਪਾਂ 1 ਤੋਂ ਲੈ ਕੇ 1000 ਤੱਕ ਲੈ ਲਿਆ ਵੈਲਿਡ ਟੈਸਟ ਕੇਸ। ਇਫ ਯੂ ਸਿਲੈਕਟ ਅਦਰ ਵੈਲਿਊ ਬਿਟਵੀਨ 1 ਐਂਡ 1000 ਦਾ ਰਿਜ਼ਲਟ ਗੋਇੰਗ ਟੂ ਬੀ ਸੇਮ। ਤਾਂ ਰਿਜ਼ਲਟ ਸਾਰਿਆਂ ਦਾ ਸੇਮ ਹੀ ਆਊਗਾ। ਵਨ ਟੈਸਟ ਕੇਸ ਫਾਰ ਵੈਲਿਡ ਇਨਪੁਟ ਡਾਟਾ ਸ਼ੁੱਡ ਵੀ ਸਫੀਸ਼ੀਐਂਟ, ਤਾਂ ਸਫੀਸ਼ੀਐਂਟ ਹੋ ਜੂ। ਇਨਪੁਟ ਡਾਟਾ ਕਲਾਸ ਵਿਦ ਆਲ ਵੈਲਿਊ ਬਿਲੋ ਲੋਅਰ ਲਿਮਿਟ ਮਤਲਬ ਲਿਮਿਟ ਤੋਂ ਲੋਅਰ ਹੈ ਤਾਂ ਲਾਈਕ ਦੈਟ ਐਨੀ ਵੈਲਿਊ ਫਰੋਮ 1 ਐਜ਼ ਇਨਵੈਲਿਡ ਇਨਪੁਟ ਡਾਟਾ ਟੈਸਟ ਕੇ ਮਤਲਬ ਲੋਅਰ ਲਿਮਿਟ ਤੋਂ ਜੇ ਉਹਨਾਂ ਨੇ ਕਹਿਤਾ ਘੱਟ ਲੈਣੀ ਹੈ, ਲੋਅਰ ਲਿਮਿਟ 1 ਹੈ, ਜੇ 1 ਤੋਂ ਆਪਾਂ ਘੱਟ ਯੂਜ਼ ਕਰਾਂਗੇ ਤਾਂ ਕੀ ਹੋਊਗਾ ਤੁਹਾਡਾ ਇਨਵੈਲਿਡ ਹੋਊਗਾ। ਤਾਂ ਇਨਪੁਟ ਡਾਟਾ ਵਿਦ ਐਨੀ ਵੈਲਿਊ ਗ੍ਰੇਟਰ ਦੈਨ, ਜੇ ਆਪਾਂ 1000 ਤੋਂ ਵੱਧ ਯੂਜ਼ ਕਰਾਂਗੇ ਤਾਂ ਵੀ ਉਹ ਕੀ ਹੋਊਗੀ ਤੁਹਾਡਾ ਇਨਵੈਲਿਡ ਹੀ ਇਨਪੁਟ ਆ ਜਿਹੜੀ ਤੁਹਾਡੀ ਹੋਊਗੀ। ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਇਹਦੇ ਵਿੱਚ ਕੇਸ ਆ ਜਿਹੜੇ ਅਪਲਾਈ ਕਰ ਸਕਦੇ ਹਾਂ। ਤਾਂ ਅੱਗੇ ਬਾਉਂਡਰੀ ਵੈਲਿਊ ਐਨਾਲਾਈਸਿਸ ਆ ਕਹਿੰਦੇ ਜਿਹੜੀ ਬਾਉਂਡਰੀ ਵੈਲਿਊ ਐਨਾਲਾਈਸਿਸ ਹੁੰਦੀ ਆ ਇਹਦੇ ਵਿੱਚ ਇਟ ਇਜ਼ ਵੈਲ ਨੋਨ ਫੈਕਟ ਆ ਦੈਟ ਦਾ ਇਨਪੁਟ ਵੈਲਿਊ ਐਟ ਦਾ ਐਕਸਟ੍ਰੀਮ ਐਂਡ ਆਫ ਇਨਪੁਟ ਡੋਮੇਨ ਕੇਸ ਮੋਰ ਐਰਰ ਇਨ ਦਾ ਸਿਸਟਮ। ਜਿੰਨੇ ਵੀ ਇਨਪੁਟ ਮਤਲਬ ਜਿੰਨੀ ਜ਼ਿਆਦਾ ਇਨਪੁਟ ਹੋਊਗੀ ਉਨੀ ਹੀ ਜ਼ਿਆਦਾ ਸਿਸਟਮ ਦੇ ਵਿੱਚ ਐਰਰ ਹੋਣਗੇ। ਤਾਂ ਮੇਜਰ ਐਪਲੀਕੇਸ਼ਨ ਐਰਰ ਅਕਰ ਐਟ ਦਾ ਬਾਉਂਡਰੀ ਆਫ ਇਨਪੁਟ ਡੋਮੇਨ। ਜਦੋਂ ਬਾਉਂਡਰੀ ਦੇ ਵਿੱਚ ਮਤਲਬ ਕਿ ਇਨਪੁਟ ਡੋਮੇਨ ਦੇ ਵਿੱਚ ਕੋਈ ਵੀ ਐਰਰ ਕ੍ਰੀਏਟ ਹੁੰਦਾ ਤਾਂ ਬਾਉਂਡਰੀ ਵੈਲਿਊ ਐਨਾਲਾਈਸਿਸ ਟੈਸਟਿੰਗ ਟੈਕਨੀਕ ਇਜ਼ ਯੂਜ਼ ਟੂ ਆਈਡੈਂਟੀਫਾਈ ਦਾ ਐਰਰ। ਤਾਂ ਐਰਰ ਨੂੰ ਆਈਡੈਂਟੀਫਾਈ ਕਰਵਾਉਣ ਦੇ ਲਈ ਆਪਾਂ ਬਾਉਂਡਰੀ ਵੈਲਿਊ ਐਨਾਲਾਈਸਿਸ ਦੀ ਵਰਤੋਂ ਹੈ ਜਿਹੜੀ ਕਰਦੇ ਹਾਂ ਰੈਦਰ ਦੈਨ ਫਾਈਂਡਿੰਗ ਦਾ ਦੋਜ਼ ਐਗਜ਼ਿਸਟ ਇਨ ਦਾ ਸੈਂਟਰ ਆਫ ਦਾ ਇਨਪੁਟ ਡੋਮੇਨ। ਮਤਲਬ ਕਿ ਉਹਨਾਂ ਨੂੰ ਆਪਾਂ ਇਨਪੁਟ ਡੋਮੇਨ ਦੇ ਵਿੱਚ ਨਹੀਂ ਚੈੱਕ ਕਰਦੇ, ਬਾਉਂਡਰੀ ਵੈਲਿਊ ਐਨਾਲਾਈਸਿਸ ਦੇ ਵਿੱਚ ਚੈੱਕ ਕੀਤਾ ਜਾਂਦਾ। ਤਾਂ ਜਿਹੜੀ ਬਾਉਂਡਰੀ ਵੈਲਿਊ ਐਨਾਲਾਈਸਿਸ ਦਾ ਨੈਕਸਟ ਪਾਰਟ ਆਫ ਇਕੁਇਵੈਲੈਂਸ ਪਾਰਸ਼ਨਿੰਗ ਫਾਰ ਡਿਜ਼ਾਈਨਿੰਗ ਦਾ ਟੈਸਟ ਕੇਸ ਨੂੰ ਡਿਜ਼ਾਈਨ ਕਰਨ ਦੀ ਨੈਕਸਟ ਪਾਰਟ ਹੈ ਵੇਅਰ ਟੈਸਟ ਕੇਸ ਆਰ ਸਿਲੈਕਟਡ ਐਟ ਦਾ ਐਜ ਆਫ ਆਲ ਦਾ ਇਕੁਇਵੈਲੈਂਸ ਕਲਾਸ। ਤਾਂ ਮਤਲਬ ਉਹਦੇ ਇਕੁਇਵੈਲੈਂਸ ਕਲਾਸ ਦੇ ਕਿਨਾਰੇ ਤੇ ਸਿਲੈਕਟ ਕੀਤੇ ਜਾਂਦੇ, ਮਤਲਬ ਇਕੁਇਵੈਲੈਂਸ ਕਲਾਸ ਤੋਂ ਆਪਾਂ ਬਾਅਦ ਇਹਨਾਂ ਨੂੰ ਯੂਜ਼ ਕਰਦੇ ਹਾਂ। ਤਾਂ ਆਰਟ ਆਫ ਟੈਸਟਿੰਗ ਇਜ਼ ਟੂ ਸੈਟ ਅਪ ਸਮਾਲ ਮੈਨੇਜੇਬਲ ਸੈਟ ਆਫ ਟੈਸਟ ਕੇਸ। ਤਾਂ ਛੋਟੇ ਛੋਟੇ ਆਪਾਂ ਇਹਦੇ ਪਾਰਟ ਬਣਾ ਲੈਂਦੇ ਹਾਂ। ਟੈਸਟ ਕੇਸ ਸ਼ੁੱਡ ਵੀ ਸੱਚ ਵੇ ਸੋ ਦਾ ਮੈਕਸਿਮਮ ਦਾ ਚਾਂਸ ਆਫ ਦਾ ਡਿਟੈਕਟਿੰਗ। ਜਿੰਨੇ ਪਾਰਟ ਆਪਣੇ ਜ਼ਿਆਦਾ ਹੋਣਗੇ ਉਨੀ ਹੀ ਮਤਲਬ ਡਿਟੈਕਟ ਕਰਨਾ ਐਰਰ ਆਪਾਂ ਨੂੰ ਕੀ ਸੌਖਾ ਹੋਊਗਾ। ਠੀਕ ਹੈ ਜੀ। ਤਾਂ ਆਪਣੇ ਕੋਲੇ ਆ ਗਿਆ ਨੈਕਸਟ, ਜਿਵੇਂ ਬਾਉਂਡਰੀ ਵੈਲਿਊ ਦੇ ਲਈ ਵੀ ਕੁਝ ਗਾਈਡਲਾਈਨਸ ਆਪਾਂ ਨੂੰ ਫੋਲੋ ਕਰਨੀਆਂ ਪੈਂਦੀਆਂ ਨੇ। ਕਹਿੰਦੇ ਰੇਂਜ ਆਫ ਦਾ ਇਕੁਇਵੈਲੈਂਸ ਕਲਾਸ ਸ਼ੁੱਡ ਬੀ ਇਨ ਦੇ ਰੇਂਜ ਐਜ਼ ਇਨਪੁਟ ਵੈਲਿਊ। ਇਨਪੁਟ ਵੈਲਿਊ ਦੇ ਅਕੋਰਡਿੰਗ ਹੀ ਹੋਣਾ ਚਾਹੀਦਾ। ਤਾਂ ਮੈਕਸਿਮਮ ਐਂਡ ਮਿਨੀਮਮ ਨੰਬਰ ਆਫ ਕਲਾਸ ਸ਼ੁੱਡ ਬੀ ਟੈਸਟਡ। ਆਪਾਂ ਇਹਦੇ ਵਿੱਚ ਮੈਕਸਿਮਮ ਤੇ ਮਿਨੀਮਮ ਕਲਾਸਿਸ ਹੈ ਜਿਹੜੀਆਂ ਟੈਸਟ ਕਰ ਸਕਦੇ ਹਾਂ। ਵੈਲਿਊ ਅਬਾਊਟ ਦਾ ਬਿਲੋ ਐਂਡ ਮਿਨੀਮਮ ਐਂਡ ਮੈਕਸਿਮਮ ਆਰ ਆਲਸੋ ਟੈਸਟਡ। ਬਿਲੋ ਵੀ ਆਪਾਂ ਮਤਲਬ ਮਿਨੀਮਮ ਤੇ ਮੈਕਸਿਮਮ ਵੈਲਿਊ ਟੈਸਟ ਕਰ ਸਕਦੇ ਹਾਂ। ਰੇਂਜ ਆਫ ਦਾ ਕਲਾਸ ਐਂਡ ਨੰਬਰ ਆਫ ਕਲਾਸਿਸ ਸ਼ੁੱਡ ਬੀ ਮਾਈਂਡ ਵਾਈਲ ਆਊਟਪੁੱਟ ਕੰਡੀਸ਼ਨ। ਜਦੋਂ ਆਪਾਂ ਆਊਟ ਕੰਡੀਸ਼ਨ ਲਗਾਉਣੇ ਆਪਾਂ ਨੂੰ ਰੇਂਜ ਆ ਜਿਹੜੀ ਉਹਨਾਂ ਦੀ ਪਤਾ ਹੋਣੀ ਚਾਹੀਦੀ ਕਲਾਸਿਸ ਦੀ। ਤਾਂ ਇੰਟਰਨਲ ਡਾਟਾ ਸਟਰਕਚਰ ਫਾਰ ਦਾ ਡਿਜ਼ਾਈਨ ਟੈਸਟ ਕੇਅਰ ਸ਼ੁੱਡ ਬੀ ਕੰਸੀਡਰ। ਜਿਵੇਂ ਦਾ ਟੈਸਟ ਕੇਸ ਫਾਰ ਦਾ ਇਨਪੁਟ ਬਾਕਸ ਐਕਸੈਪਟਿੰਗ ਨੰਬਰ ਬਿਟਵੀਨ 1 ਐਂਡ 1000 ਯੂਜ਼ਿੰਗ ਦਾ ਬਾਉਂਡਰੀ ਵੈਲਿਊ ਐਨਾਲਾਈਸਿਸ। ਟੈਸਟ ਕੇਸ ਵਿਦ ਟੈਸਟ ਡਾਟਾ ਐਗਜ਼ੈਕਟਲੀ ਐਜ਼ ਇਨਪੁਟ ਬਾਉਂਡਰੀ ਆਫ ਦਾ ਇਨਪੁਟ ਡੋਮੇਨ ਵੈਲਿਊਜ਼ ਆਪਾਂ ਲਾਈਕ ਦੇ ਤੇ 1 ਤੇ 1000 ਦੇ ਅਵਰ ਕੇਸ ਦੇ ਵਿੱਚ ਯੂਜ਼ ਕਰ ਰਹੇ ਹਾਂ। ਠੀਕ ਹੈ। ਟੈਸਟ ਡਾਟਾ ਵਿਦ ਵੈਲਿਊ ਜਸਟ ਬਿਲੋ ਦਾ ਐਕਸਟ੍ਰੀਮ ਐਜ ਆਫ ਦਾ ਇਨਪੁਟ ਡੋਮੇਨ ਲਾਈਕ ਦੈਟ ਵੈਲਿਊ 0 ਐਂਡ 900 ਵੀ ਆਪਾਂ ਇੱਥੇ ਵੀ ਇਹਨੂੰ ਹੈਂਡਲ ਕਰ ਸਕਦੇ ਹਾਂ। 990 ਮਤਲਬ 0 ਤੋਂ ਵੀ ਸ਼ੁਰੂ ਕਰ ਸਕਦੇ ਹਾਂ ਅਤੇ 900 ਤੋਂ ਵੀ ਸ਼ੁਰੂ ਕਰ ਸਕਦੇ ਹਾਂ ਕਿਉਂਕਿ ਉਹ ਆਪਾਂ 1 ਤੋਂ ਸ਼ੁਰੂ ਕੀਤੀ ਸੀ। ਤਾਂ ਟੈਸਟ ਡਾਟਾ ਵਿਦ ਵੈਲਿਊ ਜਸਟ ਅਬਵ ਦਾ ਐਕਸਟ੍ਰੀਮ ਐਜ ਆਫ ਦਾ ਇਨਪੁਟ। ਜੇ ਆਪਾਂ ਵਧਾ ਕੇ ਗੱਲ ਕਰਦੇ ਹਾਂ ਵੈਲਿਊ ਆਪਾਂ ਇਹਦੀ ਮਤਲਬ 1 ਤੋਂ ਵਧਾ ਸਕਦੇ ਹਾਂ, 2 ਲੈ ਸਕਦੇ ਹਾਂ ਅਤੇ ਆਪਾਂ 1000 ਤੋਂ ਵਧਾ ਕੇ ਵੀ ਯੂਜ਼ ਆ ਜਿਹੜੀ ਕਰ ਸਕਦੇ ਹਾਂ। ਤਾਂ ਬਾਉਂਡਰੀ ਵੈਲਿਊ ਐਨਾਲਾਈਸਿਸ ਆਫਟਨ ਕਾਲਡ ਆ ਪਾਰਟ ਆਫ ਸਟ੍ਰੈਸ ਐਂਡ ਨੈਗੇਟਿਵ ਟੈਸਟਿੰਗ। ਇਹ ਨੈਗੇਟਿਵ ਟੈਸਟਿੰਗ ਹੈ ਜਿਹੜੀ ਆਪਾਂ
ਹੋ ਸਕਦੀ ਹੈ। ਠੀਕ ਹੈ ਜੀ, ਜਿਵੇਂ ਆਪਣੇ ਕੋਲ ਇੱਕ ਐਗਜ਼ਾਮਪਲ ਹੋਰ ਦਿੱਤੀ ਹੋਈ ਆ, ਕਹਿੰਦੇ ਇਫ ਯੂ ਡਿਵਾਈਡਡ 1 to 1000 ਇਨਪੁਟ ਵੈਲਿਊ ਇਨ ਵੈਲਿਡ ਡਾਟਾ ਇਕੁਇਵਲੈਂਸ ਕਲਾਸ ਤਾਂ ਦੈਨ ਯੂ ਕੈਨ ਸਿਲੈਕਟ ਟੈਸਟ ਕੇਸ ਵੈਲਿਊ ਲਾਈਕ ਆਪਾਂ ਨੂੰ 1 11 100 950 ਐਕਸੈਟਰਾ ਸੇਮ ਕੇਸ ਫਾਰ ਅਦਰ ਟੈਸਟ ਕੇਸ ਹੈਵਿੰਗ ਇਨਵੈਲਿਡ। ਜੇ ਹੁਣ ਆਪਾਂ ਇਹਦੇ ਵਿੱਚ ਗੱਲ ਕਰੀਏ ਵੀ 0 ਤੋਂ ਘੱਟ ਲਵਾਂਗੇ ਜਾਂ ਆਪਾਂ 1000 ਤੋਂ ਵੱਧ ਲਵਾਂਗੇ ਤਾਂ ਉਹਦਾ ਰਿਜ਼ਲਟ ਕੀ ਹੋਊਗਾ, ਤੁਹਾਡੇ ਕੋਲ ਇਨਵੈਲਿਡ ਆ ਜਿਹੜਾ ਸ਼ੋ ਹੋਊਗਾ। ਠੀਕ ਹੈ ਜੀ, ਅੱਗੇ ਆ ਗਿਆ ਆਪਣੇ ਕੋਲ ਗ੍ਰਾਫ ਬੇਸਡ ਟੈਸਟਿੰਗ। ਜਿਹੜੀ ਗ੍ਰਾਫ ਬੇਸਡ ਟੈਸਟਿੰਗ ਹੁੰਦੀ ਹੈ ਬਿਗਨ ਵਿਦ ਕ੍ਰੀਏਟਿੰਗ ਅ ਗ੍ਰਾਫ ਆਫ ਹਿਮ, ਮਤਲਬ ਕੋਈ ਵੀ ਆਪਣੇ ਕੋਲੇ ਰਿਕੁਆਇਰਮੈਂਟ ਦਿੱਤੀ ਹੋਈ ਆ, ਕੋਈ ਵੀ ਆਪਣੇ ਕੋਲ ਇੰਪਲੀਮੈਂਟੇਸ਼ਨ ਕਰਨੀ ਆ ਤਾਂ ਉਹਦੇ ਲਈ ਆਪਾਂ ਗ੍ਰਾਫ ਆ ਜਿਹੜਾ ਕ੍ਰੀਏਟ ਕਰਦੇ ਹਾਂ। ਆਬਜੈਕਟ ਐਂਡ ਦੇਅਰ ਕਹਿੰਦੇ ਰਿਲੇਸ਼ਨਸ਼ਿਪ ਦੈਨ ਡਿਵਾਈਜ਼ਿੰਗ ਦਾ ਸੀਰੀਜ਼ ਆਫ ਟੈਸਟ ਦੈਟ ਵਿਲ ਕਵਰ ਗ੍ਰਾਫ, ਮਤਲਬ ਜਿੰਨੇ ਵੀ ਆਬਜੈਕਟ ਆ ਅਤੇ ਉਹਨਾਂ ਦੀ ਰਿਲੇਸ਼ਨਸ਼ਿਪ ਜਦੋਂ ਆਪਾਂ ਮਤਲਬ ਡਿਸਕ੍ਰਾਈਬ ਕਰਦੇ ਇੱਕ ਗ੍ਰਾਫ ਦੀ ਫੋਰਮ ਦੇ ਵਿੱਚ ਤਾਂ ਸੋ ਦੈਟ ਈਚ ਆਬਜੈਕਟ ਐਂਡ ਰਿਲੇਸ਼ਨਸ਼ਿਪ ਇਜ਼ ਐਕਸਰਸਾਈਜ਼ ਐਂਡ ਐਰਰ ਆਰ ਅਨਕਵਰਡ, ਤਾਂ ਉਹਦੇ ਵਿੱਚੋਂ ਐਰਰ ਹੈ ਜਿਹੜੇ ਅਨਕਵਰ ਹੋ ਜਾਂਦੇ ਨੇ, ਮਤਲਬ ਸ਼ੋ ਹੋ ਜਾਂਦੇ ਨੇ। ਈਚ ਐਂਡ ਐਵਰੀ ਐਪਲੀਕੇਸ਼ਨ ਇਜ਼ ਬੁਲਿਟ ਅਪ ਦਾ ਸਮ ਆਬਜੈਕਟ, ਹਰ ਇੱਕ ਐਪਲੀਕੇਸ਼ਨ ਦੇ ਕੁਝ ਆਬਜੈਕਟ ਬਣ ਜਾਂਦੇ ਨੇ। ਆਲ ਸੱਚ ਆਬਜੈਕਟ ਆਰ ਆਈਡੈਂਟੀਫਾਈਡ ਐਂਡ ਗ੍ਰਾਫ ਇਜ਼ ਪ੍ਰੀਪੇਅਰਡ, ਸਾਰੇ ਆਈਡੈਂਟੀਫਾਈ ਕੀਤੇ ਜਾਂਦੇ ਉਹ ਤੋਂ ਆਪਾਂ ਗ੍ਰਾਫ ਬਣਾਉਂਦੇ ਹਾਂ। ਫਰੋਮ ਦਿਸ ਆਬਜੈਕਟ ਗ੍ਰਾਫ ਦਾ ਈਚ ਆਬਜੈਕਟ ਰਿਲੇਸ਼ਨਸ਼ਿਪ ਇਜ਼ ਆਈਡੈਂਟੀਫਾਈਡ ਇਨ ਟੈਸਟ ਕੇਸ ਰਿਟਨ ਅਕੋਰਡਿੰਗ ਟੂ ਦਾ ਡਿਸਕਵਰ, ਜਿੰਨੇ ਵੀ ਆਪਾਂ ਐਰਰ ਫਾਈਂਡ ਆਊਟ ਕੀਤੇ ਉਸ ਅਕੋਰਡਿੰਗ ਆਪਾਂ ਉਹਨਾਂ ਨੂੰ ਮਤਲਬ ਲਿਖਦੇ ਹਾਂ। ਵੀ ਸਟਾਰਟ ਵਿਦ ਕ੍ਰੀਏਟਿੰਗ ਅ ਗ੍ਰਾਫ, ਪਹਿਲਾਂ ਆਪਾਂ ਡਾਇਰੈਕਟ ਲਿੰਕ ਕ੍ਰੀਏਟ ਕਰਾਂਗੇ ਰਿਲੇਸ਼ਨ ਬਿਟ ਡਾਟ ਆਬਜੈਕਟ ਦਾ, ਫਿਰ ਆਪਾਂ ਨੋਡ ਵੇਟ ਦਾ ਮਤਲਬ ਐਟਰੀਬਿਊਟ ਦੇ ਨਾਲ ਆਬਜੈਕਟ ਕ੍ਰੀਏਟ ਕਰਾਂਗੇ, ਨੋਡ ਦਾ ਫਿਰ ਆਬਜੈਕਟ ਨਾਲ ਕ੍ਰੀਏਟ ਕਰਾਂਗੇ। ਜਿਹੜੀ ਗ੍ਰਾਫ ਬੇਸਡ ਟੈਸਟਿੰਗ ਹੁੰਦੀ ਹੈ ਬਿਗਨ ਵਿਦ ਦਾ ਡਿਫਾਈਨ ਆਫ ਆਲ ਨੋਡ ਐਂਡ ਨੋਡ ਵੇਟ, ਮਤਲਬ ਕਿ ਨੋਡ ਕੀ ਹੈ ਅਤੇ ਨੋਡ ਦੇ ਅੱਗੇ ਮਤਲਬ ਅੱਗੇ ਕਿੰਨੇ ਰਸਤੇ ਉਹਦੇ ਨਾਲ ਜੋੜੇ ਹੋਏ ਨੇ, ਕਿੰਨੇ ਆਬਜੈਕਟ ਨੇ ਉਹਦੇ, ਕਿੰਨੇ ਕੰਮ ਨੇ, ਤਾਂ ਉਸ ਅਕੋਰਡਿੰਗ ਆਪਾਂ ਇਹਦੇ ਵਿੱਚ ਕੰਮ ਆ ਜਿਹੜਾ ਕਰਦੇ ਹਾਂ। ਜਿਵੇਂ ਕੇਸ ਅਫੈਕਟਿੰਗ ਗ੍ਰਾਫਿੰਗ ਹੈ ਤੁਹਾਡਾ ਮੇਨ ਟੌਪਿਕ, ਕਹਿੰਦੇ ਜਿਹੜੀ ਕੇਸ ਇਫੈਕਟ ਗ੍ਰਾਫ ਹੈ ਟੈਕਨੀਕ ਹੈ ਦੈਟ ਹੈਲਪ ਇਨ ਸਿਲੈਕਟਿੰਗ ਅ ਸਿਸਟੇਮੈਟਿਕ ਵੇ, ਮਤਲਬ ਕਿ ਸਿਸਟੇਮੈਟਿਕ ਵੇ ਦੇ ਵਿੱਚ ਸਿਲੈਕਟ ਕਰਨ ਦੇ ਵਿੱਚ ਸਹਾਇਤਾ ਕਰਦੀ ਹੈ। ਹਾਈ ਜੀਲਡ ਸੈੱਟ ਆਫ ਟੈਸਟ ਕੇਸ ਹੁੰਦੇ ਨੇ ਇਹਦੇ ਵਿੱਚ ਬਹੁਤ ਸਾਰੇ। ਤਾਂ ਵਨ ਵੀਕਨੈਸ ਆਫ ਬਾਉਂਡਰੀ ਵੈਲਿਊ ਐਨਾਲਾਈਸਿਸ ਐਂਡ ਇਕੁਇਵਲੈਂਸ ਪਾਰਸ਼ਨਿੰਗ ਇਜ਼ ਦੇਅਰ ਡੂ ਨਾਟ ਐਕਸਪਲੋਰ ਕੰਬੀਨੇਸ਼ਨ ਆਫ ਇਨਪੁਟ ਸਰਕਮਸਟੈਂਸ, ਜਿੰਨੀਆਂ ਵੀ ਇਨਪੁਟ ਦੀਆਂ ਮਤਲਬ ਪ੍ਰੋਬਲਮਸ ਨੇ ਉਹਨਾਂ ਨੂੰ ਐਕਸਪਲੋਰ ਨਹੀਂ ਕਰ ਸਕਦੀ, ਮਤਲਬ ਖੋਲ ਕੇ ਨਹੀਂ ਦੱਸ ਸਕਦੀ। ਤਾਂ ਦੀਸ ਟੂ ਕੰਸੀਡਰ ਓਨਲੀ ਸਿੰਗਲ ਇਨਪੁਟ ਕੰਡੀਸ਼ਨ, ਤਾਂ ਇਹਦੇ ਵਿੱਚ ਆਪਾਂ ਸਿੰਗਲ ਇਨਪੁਟ ਕੰਡੀਸ਼ਨ ਦੀ ਵਰਤੋਂ ਕਰਦੇ ਹਾਂ। ਤਾਂ ਕਹਿੰਦੇ ਕੋਂਬੀਨੇਸ਼ਨ ਆਫ ਇਨਪੁਟ ਕਲਾਸ ਮੇ ਰਿਜ਼ਲਟ ਇਨ ਇੰਟਰਸਟਿੰਗ ਸਿਚੁਏਸ਼ਨ, ਤਾਂ ਇਹਦੇ ਵਿੱਚ ਕੋਂਬੀਨੇਸ਼ਨ ਇਨਪੁਟ ਕਲਾਸਿਸ ਜ਼ਿਆਦਾ ਹੁੰਦੀਆਂ ਨੇ। ਠੀਕ ਹੈ, ਤਾਂ ਦੀ ਸਿਚੁਏਸ਼ਨ ਸ਼ੁੱਡ ਵੀ ਟੈਸਟਡ, ਉਹਨੂੰ ਸ਼ੁੱਡ ਟੈਸਟ ਕਰਦੇ ਹਾਂ। ਇਫ ਆਲ ਦਾ ਵੈਲਿਡ ਕੋਂਬੀਨੇਸ਼ਨ ਆਫ ਇਕੁਇਵਲੈਂਸ ਕਲਾਸ ਦੈਨ ਵੀ ਹੈਵ ਲਾਰਜ ਨੰਬਰ ਆਫ ਟੈਸਟ ਕੇਸ, ਤਾਂ ਜੇ ਆਪਣੇ ਕੋਲੇ ਜਿੰਨੀਆਂ ਜ਼ਿਆਦਾ ਕੋਂਬੀਨੇਸ਼ਨ ਹੋਣਗੇ ਇਕੁਇਵਲੈਂਸ ਕਲਾਸ ਦੇ ਉਨੇ ਹੀ ਆਪਣੇ ਟੈਸਟ ਕੇਸ ਜ਼ਿਆਦਾ ਹੋਣਗੇ। ਤਾਂ ਮੈਨੀ ਆਫ ਵਿਚ ਵਿਲ ਨਾਟ ਵੀ ਯੂਜ਼ਫੁਲ ਫਾਰ ਰੀਲਿਵਿੰਗ ਐਜ਼ ਨਿਊ ਐਰਰ, ਤਾਂ ਮਤਲਬ ਬਹੁਤ ਸਾਰੇ ਆਪਾਂ ਇਹਦੇ ਵਿੱਚ ਯੂਜ਼ ਆ ਜਿਹੜੇ ਨਹੀਂ ਕਰਦੇ। ਤਾਂ ਅੱਗੇ ਦਾ ਫੋਲੋਇੰਗ ਆਰ ਦਾ ਸਮ, ਜੋ ਵੀ ਆਪਣੇ ਕੋਲੇ ਜਰਨਲ ਗਾਈਡਲਾਈਨਸ ਆ ਫਾਰ ਦਾ ਕੇਸ ਅਫੈਕਟਿੰਗ ਗ੍ਰਾਫ ਦੇ ਲਈ, ਤਾਂ ਲਿਸਟ ਕੇਸ ਐਂਡ ਇਫੈਕਟ ਫਾਰ ਗਾਈਡਲਾਈਨਸ ਕਿਹੜੀਆਂ, ਮਤਲਬ ਜੋ ਵੀ ਲਿਸਟ ਕੇਸ ਕਿਹੜੇ ਆਪਣੇ ਕਿਹੜੇ ਕਾਰਨ ਨੇ। ਇਫੈਕਟ ਫਾਰ ਮੋਡਿਊਲ ਐਂਡ ਅਸਾਈਨ ਦਾ ਆਈਡੈਂਟੀਫਾਈ ਟੂ ਈਚ, ਮਤਲਬ ਕਿ ਹਰ ਇੱਕ ਨੂੰ ਆਪਾਂ ਆਈਡੈਂਟੀਫਾਈ ਅਸਾਈਨ ਕਰਵਾਉਣੇ ਤੇ ਉਹਦੇ ਲਈ ਮੈਥਡ ਕਿਹੜਾ ਯੂਜ਼ ਕਰਦੇ ਹਾਂ। ਡਿਵੈਲਪ ਆ ਕੇਸ ਇਫੈਕਟ ਗ੍ਰਾਫ ਯੂਜ਼ਿੰਗ ਦਾ ਸਪੈਸ਼ਲ ਸਿੰਬਲ ਕਿਹੜਾ ਯੂਜ਼ ਕਰ ਰਹੇ ਹਾਂ। ਕੇਸ ਦਾ ਡਿਫੈਕਟ ਗ੍ਰਾਫ ਇਜ਼ ਕਨਵਰਟਡ ਟੂ ਅ ਡਿਸੀਜ਼ਨ ਟੇਬਲ 'ਚ ਕਨਵਰਟ ਕੀਤਾ ਜਾਂਦਾ। ਡਿਸੀਜ਼ਨ ਟੇਬਲ ਰੂਲਸ ਆਰ ਮੋਡੀਫਾਈ ਟੂ ਟੈਸਟ ਕੇਸ, ਜਿਹੜੇ ਡਿਸੀਜ਼ਨ ਟੇਬਲ ਬਣਦੇ ਉਹਨੂੰ ਆਪਾਂ ਮੋਡੀਫਾਈ ਕਰ ਲੈਂਦੇ ਕਾਹਦੇ ਵਿੱਚ, ਟੈਸਟ ਕੇਸ ਦੇ ਵਿੱਚ। ਅੱਗੇ ਕੰਪੈਰੀਜ਼ਨ ਟੈਸਟਿੰਗ ਟੈਕਨੀਕਸ, ਕਹਿੰਦੇ ਸਮ ਕ੍ਰਿਟੀਕਲ ਐਪਲੀਕੇਸ਼ਨ ਰਿਕੁਆਇਰ ਆ ਫਾਲਟ ਟੋਲਰੈਂਸ, ਮਤਲਬ ਬਹੁਤ ਸਾਰੀਆਂ ਇੱਦਾਂ ਦੀਆਂ ਐਪਲੀਕੇਸ਼ਨ ਹੁੰਦੀਆਂ ਜਿਨ੍ਹਾਂ ਵਿੱਚ ਆਪਾਂ ਨੂੰ ਪ੍ਰੋਬਲਮਸ ਹੁੰਦੀਆਂ ਨੇ, ਐਰਰ ਬਣ ਜਾਂਦੇ ਨੇ। ਤਾਂ ਨੰਬਰ ਆਫ ਇੰਡੀਪੈਂਡੈਂਟ ਸੌਫਟਵੇਅਰ ਡਿਵੈਲਪਡ ਫਾਰ ਸੇਮ ਸਪੈਸੀਫਿਕੇਸ਼ਨ, ਉਸੇ ਸਪੈਸੀਫਿਕੇਸ਼ਨ ਨੂੰ ਆਪਾਂ ਮਤਲਬ ਕਿ ਨੰਬਰ ਆਫ ਇੰਡੀਪੈਂਡੈਂਟ ਸੌਫਟਵੇਅਰ ਆਪਾਂ ਡਿਵੈਲਪ ਕਰਦੇ ਹਾਂ। ਤਾਂ ਕੰਪੈਰੀਜ਼ਨ ਟੈਸਟਿੰਗ ਇਜ਼ ਅਪਲਾਈਡ ਇਨ ਦਾ ਕੇਸ ਟੂ ਟੈਸਟ ਐਂਡ ਕੰਪੇਅਰ ਦਾ ਡਿਫਰੈਂਟ ਵਰਜ਼ਨ ਆਫ ਦਾ ਸੇਮ, ਮਤਲਬ ਕਿ ਕੰਪੈਰੀਜ਼ਨ ਟੈਸਟਿੰਗ ਦਾ ਕੰਮ ਇੰਨਾ ਹੀ ਹੈ ਜੀ ਵੀ ਆਪਾਂ ਕੇਸ ਨੂੰ ਟੈਸਟ ਕਰਨ ਦੇ ਲਈ ਆਪਾਂ ਯੂਜ਼ ਕਰਦੇ ਹਾਂ, ਪਰ ਕੀ ਹੁੰਦੀ ਆ ਸੇਮ ਕੇਸ ਦੇ ਉੱਪਰ ਅਲੱਗ-ਅਲੱਗ ਵਰਜ਼ਨ ਦਾ ਆਪਾਂ ਅਪਲਾਈ ਕਰਕੇ ਦੇਖਦੇ ਹਾਂ। ਠੀਕ ਹੈ, ਤਾਂ ਆਲ ਇੰਪਲੀਮੈਂਟੇਸ਼ਨਸ ਆਰ ਕਰੈਕਟ, ਜਿਹਦੀਆਂ ਸਾਰੀਆਂ ਇੰਪਲੀਮੈਂਟੇਸ਼ਨ ਕੀ ਹੋ ਜਾਂਦੀਆਂ ਨੇ, ਕਰੈਕਟ ਹੋਏ ਨੇ। ਇਫ ਦਾ ਆਊਟਪੁੱਟ ਫਰੋਮ ਦਿਸ ਡਿਫਰੈਂਟ ਸੌਫਟਵੇਅਰ ਡਿਫਰੈਂਟ ਦੈਨ ਦਾ ਡਿਫਰੈਂਟ ਵਰਜ਼ਨ ਐਕਸਮਾਈਂਡ, ਇਹਦੇ ਵਿੱਚ ਆਊਟਪੁੱਟ ਅਲੱਗ-ਅਲੱਗ ਸੌਫਟਵੇਅਰ ਤੋਂ ਲੈ ਕੇ ਅਲੱਗ-ਅਲੱਗ ਵਰਜ਼ਨ ਦੇ ਵਿੱਚ ਡਿਟਰਮਾਈਨ ਕੀਤੀਆਂ ਜਾਂਦੀਆਂ ਨੇ। ਅੰਡਰ ਸਰਟਨ ਇੰਸਟੀਟਿਊਸ਼ਨ ਦਾ ਰੀਅਲੇਬਿਲਿਟੀ ਆਫ ਸੌਫਟਵੇਅਰ ਇਜ਼ ਕ੍ਰਿਟੀਕਲ, ਜੇ ਆਪਾਂ ਇੰਸਟੀਟਿਊਸ਼ਨ ਦੇ ਵਿੱਚ ਦੇਖੀਏ ਤਾਂ ਰੀਅਲੇਬਿਲਿਟੀ ਜਿਹੜੀ ਸੌਫਟਵੇਅਰ ਦੀ ਉਹ ਕੀ ਹੁੰਦੀ ਹੈ ਆਪਣੇ ਕੋਲੇ, ਕ੍ਰਿਟੀਕਲ ਹੁੰਦੀ ਹੈ, ਗੁੰਝਲਦਾਰ ਹੁੰਦੀ ਹੈ। ਇਨ ਦਿਸ ਸਿਚੁਏਸ਼ਨ ਰਿਟੈਂਡੈਂਟ ਸੌਫਟਵੇਅਰ ਐਂਡ ਹਾਰਡਵੇਅਰ ਇਜ਼ ਆਫਟਨ ਯੂਜ਼ ਟੂ ਇੰਸ਼ੋਰ ਦਾ ਕੰਟੀਨਿਊਇੰਗ ਦਾ ਫੰਕਸ਼ਨੈਲਿਟੀ, ਜਿਹੜੇ ਐਕਸਟਰਾ ਸੌਫਟਵੇਅਰ ਹੁੰਦੇ ਨੇ ਜਾਂ ਹਾਰਡਵੇਅਰ ਹੁੰਦੇ ਨੇ ਉਹ ਵੀ ਆਪਾਂ ਇਹਦੇ ਵਿੱਚ ਯਕੀਨ ਬਣਾ ਲਿਆ ਵੀ ਉਹ ਆਪਾਂ ਕੰਟੀਨਿਊ ਫੰਕਸ਼ਨਿੰਗ ਦੇ ਲਈ ਯੂਜ਼ ਆ ਜਿਹੜਾ ਕਰ ਸਕਦੇ ਹਾਂ। ਠੀਕ ਹੈ ਜੀ, ਅੱਗੇ ਆਪਾਂ ਵਾਈਟ ਬਾਕਸ ਟੈਸਟ ਕੱਲ੍ਹ ਵਾਲੇ ਲੈਕਚਰ 'ਚ ਕਰਾਂਗੇ ਰਾਜੇ। ਬਾਕੀ ਜਿਹਦੇ ਵਿੱਚ ਕੋਈ ਪ੍ਰੋਬਲਮ ਲੱਗਦੀ ਹੋਈ ਤਾਂ ਮੈਨੂੰ ਦੁਬਾਰਾ ਪੁੱਛ ਲਿਓ। ਓਕੇ ਬੇਟਾ, ਥੈਂਕ ਯੂ ਸੋ ਮਚ।